आप लिहो तुम कथा सुधारी। सतनाम श्री वाहिगुरु साहिब जीओ। दोहरा सिख कोटन की कैद को एक बच करे खलास। सोतर केशर कैद में है परख गुरु बिलास। वाहिगुरु जी का खालसा वाहिगुरु जी की फतेह। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਆਪ ਜੀ ਹਰ ਰੋਜ਼ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਦਾ ਆਨੰਦ ਮਾਣ ਰਹੇ ਹੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਦੇ ਵਿੱਚ ਮਹਾਨ ਸਾਕਾ ਕਰਨ ਗਏ ਹਨ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਤੁਰਕਾਂ ਦੀ ਈਨ ਨਹੀਂ ਮੰਨ ਰਹੇ। ਬਾਦਸ਼ਾਹ ਔਰੰਗਜ਼ੇਬ ਅਤੇ ਉਸ ਦੇ ਕਾਜੀ ਮੁਲਾਣੇ ਲਗਾਤਾਰ ਝੂਠੀਆਂ ਸਾਜ਼ਿਸ਼ਾਂ ਘੜੀ ਜਾਂਦੇ ਹਨ ਅਤੇ ਗੁਰੂ ਸਾਹਿਬ ਜੀ ਨੂੰ ਆਪਣੇ ਦੀਨ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਬਹੁਤ ਕਸ਼ਟ ਦੁੱਖ ਤਸੀਹੇ ਮਹਾਰਾਜ ਨੂੰ ਦਿੱਤੇ ਜਾ ਰਹੇ ਹਨ। ਆਓ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा सिख कोटन की कैद को। ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਨ ਜਿਹੜੇ ਆਪਣੇ ਕਰੋੜਾਂ ਸਿੱਖਾਂ ਦੀ ਕੈਦ ਨੂੰ ਇੱਕ ਬਚ ਕਰੇ ਖਲਾਸ। ਇੱਕੋ ਬਚਨ ਨਾਲ ਹੀ ਕੱਟ ਸਕਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਕਰੋੜਾਂ ਸਿੱਖਾਂ ਦਾ ਜਨਮ ਮਰਨ ਦਾ ਚੱਕਰ ਕੱਟਣ ਵਾਲੇ, ਸਾਰੀਆਂ ਕੈਦਾਂ ਤੋਂ ਸਿੱਖਾਂ ਨੂੰ ਮੁਕਤੀ ਦਿਵਾਉਣ ਵਾਲੇ ਹਨ। ਸੋ ਤੁਰ ਕੇਸ਼ਰ ਕੈਦ ਮੈਂ ਹੈ। ਉਹ ਸਤਿਗੁਰੂ ਖੁਦ ਸੰਸਾਰ ਦੇ ਭਲੇ ਲਈ, ਸੰਸਾਰ ਦਾ ਉਧਾਰ ਕਰਨ ਲਈ ਆਪ ਔਰੰਗਜ਼ੇਬ ਦੀ ਕੈਦ ਵਿੱਚ ਪੈ ਗਏ ਹਨ। ਪਰਖ ਗੁਰੂ ਬਿਲਾਸ। ਇਹ ਗੁਰੂ ਸਾਹਿਬ ਦੇ ਕੌਤਕ ਵੇਖੋ ਖਾਲਸਾ ਜੀ। ਚੌਪਈ ਮੂੜ ਨਰੰਗੇ ਇੱਕ ਦਿਨ ਮਾਹੀ। ਇੱਕ ਦਿਨ ਔਰੰਗੇ ਪਾਪੀ ਨੇ ਗੁਰ ਬਿਰਤਾਂਤ ਚਿਤਵਿਓ ਮਤ ਨਾਹੀ। ਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਰੇ ਸੋਚਿਆ, ਕਿਉਂਕਿ ਇਹ ਔਰੰਗਜ਼ੇਬ ਕੋਲ ਚੰਗੀ ਸੋਚ ਨਹੀਂ ਹੈ, ਮਤ ਨਹੀਂ ਹੈ, ਬੁੱਧੀ ਨਹੀਂ ਹੈ। ਆਏ ਸ਼ਰਾਮ ਹੈ ਅਬ ਹੈ ਸੁਖਾਲਾ। ਇਹੀ ਬਾਰ-ਬਾਰ ਔਰੰਗਜ਼ੇਬ ਸੋਚਦਾ ਹੈ ਕਿ ਗੁਰੂ ਤੇਗ ਬਹਾਦਰ ਹੁਣ ਸਾਡੀ ਕੈਦ ਵਿੱਚ ਸਾਡੇ ਕਾਬੂ ਆ ਗਿਆ ਹੈ। ਹੁਣ ਇਹ ਮੁਸਲਮਾਨ ਛੇਤੀ ਬਣ ਜਾਏਗਾ, ਸੌਖਾ ਇਸਲਾਮ ਵਿੱਚ ਆ ਜਾਏਗਾ। ਅਜ਼ਮਤ ਕਿਦੋਂ ਦਿਖਾਏ ਵਿਸਾਲਾ। ਜਾਂ ਫਿਰ ਆਪਣੀ ਕੋਈ ਕਰਾਮਾਤ ਦਿਖਾਵੇਗਾ ਤੇ ਛੁੱਟੇਗਾ, ਜਾਂ ਫਿਰ ਮੁਸਲਮਾਨ ਬਣੇਗਾ। ਇੱਕ ਮੁੱਲਾ ਕਹੋ ਨਿਕਟ ਹਕਾਰਾ। ਇੱਕ ਦਿਨ ਬਾਦਸ਼ਾਹ ਨੇ ਇੱਕ ਮੁਲਾਣੇ ਨੂੰ ਆਪਣੇ ਕੋਲ ਸੱਦਿਆ ਹੈ। ਨਿਜ ਆਸ਼ਾ ਤਿਸ ਪਾਸ ਉਚਾਰਾ। ਉਸ ਮੁੱਲੇ ਨੂੰ ਕੋਲ ਬੁਲਾ ਕੇ ਬਾਦਸ਼ਾਹ ਕਹਿਣ ਲੱਗਾ, ਹਿੰਦਨ ਕੋ ਗੁਰ ਕੈਦ ਮਝਾਰੀ। ਐ ਮੁੱਲਾ ਜੀ, ਗੁਰੂ ਤੇਗ ਬਹਾਦਰ ਜੋ ਹਿੰਦੂਆਂ ਦਾ ਗੁਰੂ ਹੈ, ਹਿੰਦੂਆਂ ਦਾ ਪੀਰ ਹੈ, ਉਹ ਅੱਜ ਸਾਡੀ ਕੈਦ ਵਿੱਚ ਹੈ। ਸਮਝਾਵੋ ਇਮ ਕਰੋ ਉਚਾਰੀ। ਤੁਸੀਂ ਮੁੱਲਾ ਜੀ ਬੜੇ ਪੜ੍ਹੇ ਲਿਖੇ ਹੋ, ਬੜੀਆਂ ਦਲੀਲਾਂ ਦੇ ਨਾਲ ਦੀਨ ਇਸਲਾਮ ਦਾ ਪ੍ਰਚਾਰ ਕਰਦੇ ਹੋ। ਤੁਸੀਂ ਜਾ ਕੇ ਇੱਕ ਵਾਰੀ ਗੁਰੂ ਤੇਗ ਬਹਾਦਰ ਨੂੰ ਸਮਝਾਓ ਵੀ ਇਸਲਾਮ ਵਰਗਾ ਵਧੀਆ ਧਰਮ ਹੋਰ ਕੋਈ ਨਹੀਂ ਹੈ। ਕਰਾਮਾਤ ਆਪਣੀ ਦਿਖਾਵੋ। ਜਾਂ ਫਿਰ ਗੁਰੂ ਨੂੰ ਆਖੋ ਕਿ ਗੁਰੂ ਆਪਣੀ ਕਰਾਮਾਤ, ਆਪਣੀ ਸ਼ਕਤੀ ਵਿਖਾਵੇ। ਨਾਹੇ ਤਾਂ ਸ਼ਰਾਬ ਖੈ ਤੁਮ ਆਵੋ। ਜਾਂ ਫਿਰ ਗੁਰੂ ਸਾਡੀ ਸ਼ਰ੍ਹਾ ਵਿੱਚ, ਸਾਡੇ ਦੀਨ ਇਸਲਾਮ ਦੇ ਦਾਇਰੇ ਵਿੱਚ ਆ ਜਾਵੇ, ਆਪਣੇ ਧਰਮ ਦੀ ਜਿੱਦ ਛੱਡ ਦਵੇ। ਸੁਨਤ ਸ਼ਾਹੇ ਤੇ ਆਸ਼ੈ ਉਰਕਾ। ਉਹ ਮੁਲਾਣੇ ਨੇ ਜਦੋਂ ਬਾਦਸ਼ਾਹ ਦੀ ਗੱਲ ਸੁਣੀ, ਨਹੀਂ ਮਹਾਤਮ ਜਨ ਹੈ ਗੁਰ ਕਾ। ਉਹ ਮੁਲਾਣਾ ਵੀ ਉਸੇ ਤਰ੍ਹਾਂ ਦਾ ਹੀ ਹੈ, ਮੂੜ ਮਤੀਆ ਹੈ। ਨਾ ਤਾਂ ਬਾਦਸ਼ਾਹ ਨੂੰ ਗੁਰੂ ਦੀ ਮਹਿਮਾ ਦਾ ਪਤਾ ਹੈ ਤੇ ਨਾ ਹੀ ਉਹਦੇ ਕਾਜ਼ੀਆਂ ਮੁਲਾਣਿਆਂ ਨੂੰ ਸੋਝੀ ਹੈ। ਜਿਸ ਥਲ ਹੁਤੇ ਸੋ ਆਏ ਮੁਲਾਨਾ। ਮੁਲਾਣਾ ਬਾਦਸ਼ਾਹ ਦੇ ਹੁਕਮ ਨਾਲ ਉਸ ਥਾਂ ਤੇ ਆ ਗਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੇਲ੍ਹ ਦੀ ਕਾਲ ਕੋਠੜੀ 'ਚ ਬਿਰਾਜੇ ਹੋਏ ਸਨ। ਕਹਿਓ ਸ਼ਾਹੋ ਕੋ ਸਕਲ ਬਖਾਨਾ। ਬਾਦਸ਼ਾਹ ਦਾ ਕਿਹਾ ਹੋਇਆ ਬਚਨ ਉਸ ਮੁਲਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਬੜੀ ਵਿਆਖਿਆ ਨਾਲ ਦੱਸਿਆ ਹੈ। ਹਜ਼ਰਤ ਨੇ ਭੇਜਿਓ ਤੁਮ ਤੀਰ। ਹੇ ਗੁਰੂ ਜੀ, ਮੈਂ
ਮੈਨੂੰ ਬਾਦਸ਼ਾਹ ਸਲਾਮਤ ਨੇ ਤੁਹਾਡੇ ਕੋਲ ਭੇਜਿਆ ਹੈ। ਭਨਿਓ ਜੇ ਅਹੋ ਹਿੰਦ ਕੇ ਪੀਰ। ਬਾਦਸ਼ਾਹ ਸਲਾਮਤ ਕਹਿੰਦੇ ਹਨ, ਜੇ ਹਿੰਦੂਆਂ ਦੇ ਪੀਰ ਹੋ ਤੁਸੀਂ, ਗੁਰੂ ਹੋ। ਲੱਖੋਂ ਸਿੱਖ ਕਹਾਏ ਤੋ ਮਾਰੇ। ਲੱਖਾਂ ਲੋਕ ਤੁਹਾਡੇ ਸਿੱਖ ਬਣੇ ਹੋਏ ਨੇ, ਲੱਖਾਂ ਲੋਕਾਂ ਦੇ ਤੁਸੀਂ ਗੁਰੂ ਹੋ। ਸਭ ਮਨ ਹੈ ਕਰ ਭਾਉ ਉਦਾਰੇ। ਤੇ ਸਾਰੇ ਤੁਹਾਨੂੰ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਮੰਨਦੇ ਵੀ ਹਨ। ਧਨ ਆਦਿਕ ਵਸਤੂ ਅਰਪੰਤੇ। ਔਰ ਤੁਹਾਡੇ ਚਰਨਾਂ 'ਚ ਬਹੁਤ ਸਾਰਾ ਪੈਸਾ ਵੀ ਚੜਾਉਂਦੇ ਹਨ, ਔਰ ਵਧੀਆ ਵਧੀਆ ਮਾਏ ਪਦਾਰਥ ਜਿਹੜੇ ਹਨ ਤੁਹਾਨੂੰ ਭੇਟਾ ਕਰਦੇ ਹਨ। ਬੈਠੋ ਤੁਮ ਬਨ ਗੁਰੂ ਮਹੰਤੇ। ਤੁਸੀਂ ਹਿੰਦੂਆਂ ਦੇ ਵਿੱਚ ਗੁਰੂ ਬਣ ਕੇ ਬਹਿੰਦੇ ਹੋ, ਤੇ ਸਾਰੇ ਹਿੰਦੂ ਤੁਹਾਡੇ ਚਰਨਾਂ ਤੇ ਮੱਥਾ ਟੇਕਦੇ ਹਨ। ਅਜ਼ਮਤ ਧਰ ਕਰ ਗੁਰੂ ਕਹਾਵਹੋ। ਤੁਸੀਂ ਗੁਰੂ ਹੋ, ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਤੇ ਗੁਰੂ ਦੀ ਨਿਸ਼ਾਨੀ ਤਾਂ ਕਰਾਮਾਤ ਹੁੰਦੀ ਹੈ, ਅਜ਼ਮਤ ਹੁੰਦੀ ਹੈ। ਜੇ ਤੁਹਾਡੇ ਕੋਲ ਕੋਈ ਕਰਾਮਾਤ, ਤੁਹਾਡੇ ਕੋਲ ਕੋਈ ਸ਼ਕਤੀ ਹੈ, ਤਾਂ ਆਪਣੇ ਆਪ ਨੂੰ ਗੁਰੂ ਕਹਾਓ। ਸੋ ਹਜ਼ਰਤ ਕੋ ਤੁਮ ਦਿਖਰਾਵਹੋ। ਤੇ ਉਹ ਕਰਾਮਾਤ ਬਾਦਸ਼ਾਹ ਸਲਾਮਤ ਦੇਖਣੀ ਚਾਹੁੰਦੇ ਨੇ, ਜਿਸ ਕਰਾਮਾਤ ਦੇ ਆਧਾਰ ਤੇ ਤੁਸੀਂ ਹਿੰਦੂਆਂ ਦੇ ਗੁਰੂ ਬਣੇ ਹੋਏ ਹੋ। ਸਾਨੂੰ ਵੀ ਉਹ ਕਰਾਮਾਤ ਦਿਖਾਓ। ਜਿਮ ਭਖ ਹੈ ਤਿਮ ਕੀਜਹਿ ਆਪੂ। ਜਿਵੇਂ ਬਾਦਸ਼ਾਹ ਸਲਾਮਤ ਕਹਿੰਦੇ ਨੇ, ਤੁਸੀਂ ਉਵੇਂ ਹੀ ਕਰ ਲਓ। ਤੁਹਾਨੂੰ ਕੀ ਲੋੜ ਹੈ ਬਾਦਸ਼ਾਹ ਨਾਲ ਜਿੱਦ ਕਰਨ ਦੀ? ਤੁਹਾਡੇ ਹੀ ਪਰਿਵਾਰ ਵਿੱਚੋਂ ਬਾਬਾ ਰਾਮ ਰਾਏ ਨੇ ਬੜੀਆਂ ਕਰਾਮਾਤਾਂ ਦਿਖਾਈਆਂ ਦਿੱਲੀ ਵਿੱਚ ਆ ਕੇ। ਬਾਦਸ਼ਾਹ ਨੇ ਉਸ ਨੂੰ ਬਹੁਤ ਵੱਡੇ ਸਤਿਕਾਰ, ਮਾਣ, ਇੱਜ਼ਤਾਂ ਦਿੱਤੀਆਂ ਹਨ, ਬੜੀਆਂ ਜਗੀਰਾਂ ਦਿੱਤੀਆਂ ਹਨ, ਬੜੇ ਅਹੁਦੇ ਦਿੱਤੇ ਹਨ। ਲਖ ਹੈ ਤੁਹਾਰੋ ਬੜ ਪ੍ਰਤਾਪੂ। ਕਿਉਂਕਿ ਤੁਹਾਡਾ ਵੀ ਬੜਾ ਪ੍ਰਤਾਪ ਹੈ। ਤੁਸੀਂ ਵੀ ਗੁਰੂ ਨਾਨਕ ਦੀ ਗੱਦੀ ਤੇ ਆਪਣੇ 9ਵੇਂ ਦਾਅਵੇਦਾਰ ਹੋ, ਗੁਰੂ ਕਹਾਉਂਦੇ ਹੋ। ਤਬ ਸ਼੍ਰੀ ਗੁਰੂ ਨਾਨਕ ਕੇ ਰੂਪ। ਤੇ ਗੁਰੂ ਨਾਨਕ ਦਾ ਰੂਪ ਹੋ ਤੁਸੀਂ। ਤੁਮਕੋ ਜਨ ਹੈ ਵਲੀ ਅਨੂਪ। ਗੁਰੂ ਨਾਨਕ ਦਾ ਰੂਪ ਤਾਂ ਹੀ ਸਮਝਾਂਗੇ ਜੇ ਤੁਸੀਂ ਕੋਈ ਕਰਾਮਾਤ ਦਿਖਾਓਗੇ। ਬਾਦਸ਼ਾਹ ਸਲਾਮਤ ਕਹਿੰਦੇ ਆ, ਜੇ ਗੁਰੂ ਤੇਗ ਬਹਾਦਰ ਕੋਈ ਕਰਾਮਾਤ ਦਿਖਾ ਦੇਣ ਤਾਂ ਅਸੀਂ ਉਹਨਾਂ ਨੂੰ ਵਲੀ ਪੀਰ ਮੰਨਾਂਗੇ। ਮਨ ਹੈ ਸ਼ਾਹੋ ਦਰਬ ਕੋ ਦੈ ਹੈ। ਬਾਦਸ਼ਾਹ ਸਲਾਮਤ ਵੀ ਤੁਹਾਨੂੰ ਮੰਨਣ ਲੱਗ ਜਾਵੇਗਾ ਤੇ ਲੱਖਾਂ ਰੁਪਈਆ ਤੁਹਾਡੇ ਚਰਨਾਂ ਤੋਂ ਨਿਸ਼ਾਵਰ ਕਰ ਦੇਵੇਗਾ। ਸਭ ਤੇ ਬੜ ਸਨਮਾਨ ਵਧੈ ਹੈ। ਔਰ ਸਭ ਤੋਂ ਜ਼ਿਆਦਾ ਤੁਹਾਡਾ ਹੀ ਸਨਮਾਨ, ਤੁਹਾਡੀ ਹੀ ਇੱਜ਼ਤ ਰੱਖੇਗਾ। ਰਾਮ ਰਾਏ ਜਿਮ ਰਸ ਹੈ ਰਾਖਾ। ਜਿਵੇਂ ਤੁਹਾਡੇ ਭਾਈ ਦੇ ਪੋਤੇ ਰਾਮ ਰਾਏ ਨੇ ਬਾਦਸ਼ਾਹ ਦੇ ਨਾਲ ਬਣਾ ਕੇ ਰੱਖੀ ਹੈ। ਉਹਨੇ ਬਾਦਸ਼ਾਹ ਨੂੰ ਕਰਾਮਾਤਾਂ ਦਿਖਾ ਕੇ, ਸ਼ਕਤੀਆਂ ਦਿਖਾ ਕੇ ਬਾਦਸ਼ਾਹ ਦੇ ਨਾਲ ਸਾਂਝ ਪਾਈ ਹੈ। ਕਰਤ ਸੋ ਰਹਿਓ ਸ਼ਾਹੋ ਜਿਮ ਭਾਖਾ। ਜਿਵੇਂ ਬਾਦਸ਼ਾਹ ਸਲਾਮਤ ਕਹਿੰਦੇ ਰਹੇ ਨੇ, ਰਾਮ ਰਾਏ ਉਦਾਂ ਹੀ ਕਰਾਮਾਤਾਂ ਦਿਖਾਉਂਦਾ ਰਿਹਾ ਹੈ। ਪਾਤਸ਼ਾਹੇ ਸੋ ਤਿਸ ਬਨ ਆਈ। ਬਾਦਸ਼ਾਹ ਸਲਾਮਤ ਦੇ ਨਾਲ ਰਾਮ ਰਾਏ ਦੀ ਬਹੁਤ ਗੂੜੀ ਮਿੱਤਰਤਾ ਹੈ, ਬਹੁਤ ਜ਼ਿਆਦਾ ਨੇੜਤਾ ਹੈ। ਸਰਬ ਰੀਤ ਕੀ ਲਹੀ ਬਡਾਈ। ਔਰ ਬਾਬੇ ਰਾਮ ਰਾਏ ਨੂੰ ਹਰ ਤਰ੍ਹਾਂ ਦੀ ਵਡਿਆਈ ਵੀ ਬਾਦਸ਼ਾਹ ਵੱਲੋਂ ਮਿਲੀ ਹੈ। ਬਾਦਸ਼ਾਹ ਨੇ ਬਾਬੇ ਰਾਮ ਰਾਏ ਦਾ ਰੁਤਬਾ ਬਹੁਤ ਵੱਡਾ ਕੀਤਾ ਹੋਇਆ ਹੈ। ਤਥਾ ਤੁਮਾਰੋ ਆਦਰ ਹੋਏ। ਇਸੇ ਤਰ੍ਹਾਂ ਤੁਹਾਡਾ ਵੀ ਰੁਤਬਾ ਬੁਲੰਦ ਹੋ ਜਾਵੇਗਾ, ਤੁਹਾਡਾ ਵੀ ਆਦਰ ਸਤਿਕਾਰ ਹੋਵੇਗਾ, ਜੇ ਤੁਸੀਂ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਬਾਬੇ ਰਾਮ ਰਾਏ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣੀਆਂ ਕਰਾਮਾਤਾਂ, ਸ਼ਕਤੀਆਂ ਦਿਖਾਓਗੇ। ਮਨ ਹੈ ਸ਼ਾਹੋ ਨਿਮ ਹੈ ਸਭ ਕੋਏ। ਜੇ ਬਾਦਸ਼ਾਹੀ ਤੁਹਾਨੂੰ ਮੰਨਣ ਲੱਗ ਪਿਆ, ਬਾਦਸ਼ਾਹੀ ਤੁਹਾਡਾ ਮੁਰੀਦ ਬਣ ਗਿਆ, ਤੇ ਬਾਕੀ ਤੇ ਸਾਰਾ ਹਿੰਦੁਸਤਾਨ ਤੁਹਾਨੂੰ ਸਲਾਮਾਂ ਕਰੇਗਾ। ਜੇ ਅਜ਼ਮਤ ਕਹੋ ਧਾਰਤ ਨਾਹੀ। ਜੇ ਤੁਸੀਂ ਕੋਈ ਕਰਾਮਾਤ ਨਹੀਂ ਰੱਖਦੇ, ਕੋਈ ਤੁਹਾਡੇ 'ਚ ਕੋਈ ਸ਼ਕਤੀ ਹੈ ਹੀ ਨਹੀਂ, ਆਵਹੋ ਆਪ ਸ਼ਰਾ ਕੇ ਮਾਹੀ। ਫਿਰ ਤੁਸੀਂ ਆਪਣੇ ਧਰਮ ਦੀ ਜਿੱਦ ਛੱਡਦੇ ਹੋ ਤੇ ਸਾਡੇ ਮੁਸਲਮਾਨ ਧਰਮ ਦੇ ਵਿੱਚ ਆ ਜਾਓ, ਦੀਨ ਇਸਲਾਮ ਨੂੰ ਕਬੂਲ ਕਰ ਲਓ। ਦਰਬ ਗ੍ਰਾਮ ਤੇ ਆਦ ਪਦਾਰਥ। ਜਿੰਨੀ ਤੁਹਾਨੂੰ ਮਾਇਆ ਚਾਹੀਦੀ ਆ ਉਹ ਬਾਦਸ਼ਾਹ ਆਪਣੇ ਖਜ਼ਾਨੇ 'ਚੋਂ ਦੇਵੇਗਾ। ਪਿੰਡਾਂ ਦੀ ਜਗੀਰ ਤੁਹਾਡੇ ਨਾਂ ਲਾ ਦੇਵੇਗਾ, ਔਰ ਤੁਹਾਨੂੰ ਕਿਸੇ ਚੀਜ਼ ਦੀ ਧਨ ਪਦਾਰਥ ਦੀ ਕਮੀ ਨਹੀਂ ਰਹਿਣ ਦੇਵੇਗਾ। ਕਹਿ ਕਰ ਪੁਰਬਹੁ ਆਪਣੋ ਸਵਾਰਥ। ਜੋ ਵੀ ਤੁਸੀਂ ਕਹੋਗੇ, ਹਾਥੀ, ਘੋੜੇ, ਪਾਲਕੀਆਂ ਤੇ ਕਿਲੇ ਕੋਟ ਤੁਹਾਡੇ ਹਵਾਲੇ ਹੋਣਗੇ। ਹਰ ਤਰ੍ਹਾਂ ਦਾ ਤੁਹਾਨੂੰ ਸੁੱਖ, ਸੁਵਿਧਾ, ਸਹੂਲਤ ਮਿਲੇਗੀ। ਸਭਿਨ ਸੰਗ ਹੋਵਹੁ ਇੱਕ ਰੰਗ। ਔਰ ਤੁਸੀਂ ਫਿਰ ਜਿਵੇਂ ਮੁਸਲਮਾਨ ਸਾਡੇ ਵਿੱਚ ਇੱਕ ਰੰਗ ਅਸੀਂ ਰਹਿੰਦੇ ਹਾਂ, ਸਾਡੇ 'ਚ ਰਲ ਕੇ ਰਹੋਗੇ। ਅੱਗੇ ਤੁਸੀਂ ਹਿੰਦੂਆਂ ਦੇ ਪੀਰ ਹੋ,
ਫਿਰ ਸਾਡੇ ਮੁਸਲਮਾਨਾਂ ਦੇ ਵੀ ਪੀਰ ਬਣ ਜਾਓਗੇ। ਦੇ ਮਰਾਤਬਾ ਤੁਮ ਹੈ ਉਤੰਗ। ਤੁਹਾਨੂੰ ਬਾਦਸ਼ਾਹ ਸਲਾਮਤ ਉੱਚੇ ਅਹੁਦੇ ਦੇਵੇਗਾ। ਦੋਨੋਂ ਮੈਂ ਇਕ ਲੀਜ ਹੈ ਮਾਨ। ਦੋਵਾਂ ਚੋਂ ਇੱਕ ਗੱਲ ਮੰਨ ਲਓ, ਜਾਂ ਤਾਂ ਕਰਾਮਾਤ ਦਿਖਾਓ ਤੇ ਜਾਂ ਤੁਸੀਂ ਮੁਸਲਮਾਨ ਬਣ ਜਾਓ। ਮੁਸ਼ਕਲ ਸਕਲੀਬਨ ਹੈ ਆਸਾਨ। ਤੁਹਾਡੀਆਂ ਜਿਹੜੀਆਂ ਦਿੱਕਤਾਂ ਨੇ, ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ, ਇਹ ਸਾਰੀਆਂ ਹੱਲ ਹੋ ਜਾਣਗੀਆਂ। ਤੁਹਾਨੂੰ ਇਸੇ ਵੇਲੇ ਜੇਲ੍ਹ ਤੋਂ ਬਾਹਰ ਕੱਢਿਆ ਜਾਵੇਗਾ। ਇੰਨੇ ਦਿਨਾਂ ਤੋਂ ਭੁੱਖੇ ਪਿਆਸੇ ਜੇਲ੍ਹ ਦੇ ਤੰਗੀ ਕੱਟ ਰਹੇ ਹੋ, ਇਹ ਸਾਰੀਆਂ ਤੰਗੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ। ਮਾਲਕ ਮੁਲਖਨ ਬਲੀ ਬਿਲੰਦ। ਔਰ ਤੁਸੀਂ ਮੁਲਕਾਂ ਦੇ ਮਾਲਕ ਬਾਦਸ਼ਾਹ ਦੇ ਨਾਲ ਸਾਂਝ ਪਾ ਲਵੋਗੇ। ਕਹੈ ਸੋ ਮਨ ਹੋ ਰਹੋ ਆਨੰਦ। ਜਿਹੜਾ ਐਡਾ ਵੱਡਾ ਬਾਦਸ਼ਾਹ ਹੈ, ਜਿਹਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਚੜ੍ਹਦੇ ਤੋਂ ਲੈ ਕੇ ਛਿਪਦੇ ਤੱਕ ਜਿਹਦਾ ਰਾਜ ਹੈ, ਹਿੰਦੁਸਤਾਨ ਦਾ ਮਾਲਕ ਹੈ, ਉਹਦੇ ਕਹਿਣੇ ਵਿੱਚ ਚੱਲੋ। ਉਹਦੇ ਨਾਲ ਕਿਉਂ ਵਿਗਾੜੀ ਹੋਈ ਹੈ ਤੁਸੀਂ ਗੁਰੂ ਜੀ? ਸੁਨਤ ਮੁਲਾਨੇ ਤੇ ਬਚ ਅਸੇ। ਕਹਿੰਦੇ ਮੁਲਾਣੇ ਦੇ ਐਸੇ ਬਚਨ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਹਸੇ। ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸ ਪਏ। ਤੁਮਹਿ ਸਲਤਨਤ ਦਈ ਖੁਦਾਏ। ਮਹਾਰਾਜ ਕਹਿੰਦੇ ਬਾਦਸ਼ਾਹ ਨੂੰ ਕਹਿ ਦੇਈਂ ਵੀ ਤੈਨੂੰ ਖੁਦਾ ਨੇ ਬਾਦਸ਼ਾਹੀ ਦਿੱਤੀ ਹੈ। ਇਹ ਬਾਦਸ਼ਾਹੀ ਤੇਰੀ ਨਹੀਂ ਹੈ, ਇਹ ਬਾਦਸ਼ਾਹੀ ਉਸ ਪਰਮੇਸ਼ਰ ਦੀ ਹੈ। ਕਹੂ ਹਰ ਸਮਾਨ ਨਹੀਂ ਰਾਜਾ, ਵਾਹਿਗੁਰੂ ਦੇ ਵਰਗਾ ਕੋਈ ਰਾਜਾ ਨਹੀਂ ਹੈ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਜਿਹੜਾ ਸਭ ਤੋਂ ਵੱਡਾ ਰਾਜਾ, ਉਹਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ। ਖਲਕ ਅਦਲ ਹਿਤ ਤਖਤ ਬਿਠਾਏ। ਔਰ ਬਾਦਸ਼ਾਹ ਤੈਨੂੰ ਬਾਦਸ਼ਾਹੀ ਪਰਮਾਤਮਾ ਨੇ ਇਨਸਾਫ ਕਰਨ ਲਈ ਦਿੱਤੀ ਹੈ, ਵੀ ਲੋਕਾਂ ਦੇ ਨਾਲ, ਗਰੀਬਾਂ ਦੇ ਨਾਲ ਚੰਗਾ ਵਰਤਾਓ ਕਰੇ, ਲੋਕਾਂ ਨੂੰ ਸੁੱਖ ਸੁਵਿਧਾ ਦੇਵੇ, ਲੋਕਾਂ ਦਾ ਇਨਸਾਫ ਕਰੇ। ਤੈਨੂੰ ਇਨਸਾਫ ਦੀ ਤਕੜੀ ਫੜਾਈ ਹੈ ਪਰਮੇਸ਼ਰ ਨੇ। ਜੋ ਤੁਮ ਕਰਹੁ ਖਲਕਤ ਅਦਲ। ਜੇ ਤੂੰ ਦੁਨੀਆ ਨਾਲ ਇਨਸਾਫ ਕਰੇਗਾ, ਲੋਕਾਂ ਦੇ ਵਿੱਚ ਜੋ ਵੀ ਵਰਤਾਰਾ ਹੈ ਨਿਆਂਪੂਰਵਕ ਕਰੇਗਾ, ਧਰਮ ਇਨਸਾਫ ਕਰੇਗਾ, ਪਾਵ ਹੋ ਗਏ ਖੁਦਾਏ ਤੇ ਫਜ਼ਲ। ਤੇ ਫਿਰ ਤੈਨੂੰ ਖੁਦਾ ਦੀ ਕਿਰਪਾ ਮਿਲੇਗੀ। ਅੱਲਾ ਤੇਰੇ ਤੇ ਮਿਹਰ ਕਰੇਗਾ, ਖੁਦਾ ਵੱਲੋਂ ਫਜ਼ਲ, ਕਿਰਪਾ, ਬਖਸ਼ਿਸ਼ ਮਿਲੇਗੀ। ਹੋਏ ਬੇਅਦਲੀ ਤੋ ਪਛਤਾਵਹੁ। ਜੇ ਬੇਅਦਲੀ ਕਰੇਗਾ, ਭਾਵ ਬੇਇਨਸਾਫੀ ਕਰੇਗਾ, ਤੇ ਪਿੱਛੋਂ ਪਛਤਾਏਗਾ। ਸਰਬ ਰਾਜ ਐਸ਼ਵਰਜ ਗਾਵਾਵਹੁ। ਐਸ਼ਵਰਜ ਜਿੰਨਾ ਵੀ ਹੈ, ਰਾਜ ਭਾਗ ਸਭ ਨਸ਼ਟ ਕਰ ਲਏਗਾ। ਆਪਣੀ ਜੜ ਆਪ ਹੀ ਪੁੱਟ ਬੈਠੇਗਾ ਬਾਦਸ਼ਾਹ। ਇਹ ਰਾਜ ਰੱਬ ਨੇ ਦਿੱਤਾ ਹੋਇਆ। ਜੇ ਰੱਬ ਦੀ ਦਿੱਤੀ ਡਿਊਟੀ ਸਹੀ ਤਰੀਕੇ ਨਾਲ ਨਿਭਾਏਗਾ ਤੇ ਰਾਜ ਸੁੱਖ ਨਾਲ ਭੋਗੇਗਾ। ਜੇ ਪ੍ਰਮਾਤਮਾ ਦੀ ਡਿਊਟੀ ਤੋਂ ਮੁਨੱਕਰ ਹੋਵੇਗਾ, ਫਿਰ ਰਾਜ ਭਾਗ ਗਵਾ ਬੈਠੇਗਾ। ਕਰਾਮਾਤ ਕੋ ਨਾਮ ਕਹਿ ਹੈ। ਬਾਦਸ਼ਾਹ, ਇਹ ਜਿਹੜੀਆਂ ਤੂੰ ਕਰਾਮਾਤਾਂ ਦੇ ਮਗਰ ਲਗਾ ਫਿਰਦਾ ਹੈ, ਇਹ ਕਰਾਮਾਤ ਕਹਿਰ ਦਾ ਨਾਮ ਹੈ। ਪਰਮਾਤਮਾ ਦੇ, ਵਾਹਿਗੁਰੂ ਦੇ ਭਾਣੇ ਤੋਂ ਬਾਹਰ ਜਾ ਕੇ ਕਰਾਮਾਤ ਦਿਖਾਈ ਜਾਂਦੀ ਹੈ। ਵਾਹਿਗੁਰੂ ਤਾਂ ਲਗਾਤਾਰ ਕਰਾਮਾਤ ਕਰ ਰਿਹਾ। ਸਾਡੇ ਸਰੀਰ ਦੇ ਅੰਦਰ ਵੀ ਕਰਾਮਾਤ ਹੋ ਰਹੀ ਹੈ, ਸਾਡੇ ਸਰੀਰ ਦੇ ਬਾਹਰ ਵੀ ਕਰਾਮਾਤ ਹੋ ਰਹੀ ਹੈ, ਪਰ ਪਰਮੇਸ਼ਰ ਦੇ ਹੁਕਮ 'ਚ ਹੋ ਰਹੀ ਹੈ। ਇੱਕ ਐਸੀ ਪਰਮੇਸ਼ਰ ਦੀ ਖੇਡ ਹੈ ਵੀ ਭੁੱਖ ਲੱਗਦੀ ਹੈ ਤੇ ਜਦੋਂ ਰੋਟੀ ਖਾਈ ਦੀ ਹੈ, ਉਹ ਵੀ ਕਰਾਮਾਤ ਹੈ ਵੀ ਉਹ ਭੁੱਖ ਨੂੰ ਮਿਟਾ ਦਿੰਦੀ ਹੈ। ਇਹ ਵਾਹਿਗੁਰੂ ਦੀ ਕਰਾਮਾਤ ਹੈ। 9 ਮਹੀਨੇ ਮਾਂ ਦੇ ਪੇਟ 'ਚ ਬੱਚਾ ਪਲ ਕੇ ਜਨਮ ਲੈਂਦਾ, ਇੱਕ ਕਰਾਮਾਤ ਹੈ। ਤੇ 150 ਸਾਲ ਇਸ ਦੁਨੀਆ 'ਤੇ ਰਹਿ ਕੇ ਚਲਾ ਜਾਂਦਾ, ਇਹ ਵੀ ਉਹਦੀ ਕਰਾਮਾਤ ਹੈ। ਅੰਨ ਦੇ ਵਿੱਚ, ਖਾਣੇ ਦੇ ਵਿੱਚ ਇਸਨੀ ਤਾਕਤ ਪਾਈ ਹੋਈ ਹੈ, ਪਾਣੀ ਦੇ ਵਿੱਚ ਸ਼ਕਤੀ ਪਾਈ ਹੋਈ ਹੈ, ਦੁੱਧ ਦਹੀਂ ਦੇ ਵਿੱਚ ਤਾਕਤ ਪਾਈ, ਪਰਮੇਸ਼ਰ ਦੀ ਕਰਾਮਾਤ ਹੈ। ਇਨਸਾਨ ਰੋਟੀ ਖਾਂਦਾ ਹੈ ਤੇ ਇਹ ਗਲੇ ਤੋਂ ਥੱਲੇ ਚਲੀ ਜਾਂਦੀ, ਫਿਰ ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਪੁਰਜੇ ਹਨ ਜਿਹੜੇ ਉਹਨੂੰ ਹਜਮ ਕਰਦੇ ਹਨ, ਤੇ ਉਹ ਬੰਦੇ ਨੂੰ ਨਹੀਂ ਪਤਾ ਹੁੰਦਾ, ਪਰ ਉਹਦੇ ਅੰਦਰ ਕਰਾਮਾਤ ਹੋ ਰਹੀ ਹੁੰਦੀ ਹੈ। ਉਹ ਕਰਾਮਾਤ ਤੈਨੂੰ ਨਜ਼ਰ ਨਹੀਂ ਆਉਂਦੀ। ਜਿਹੜੀ ਹੋਰ ਕਰਾਮਾਤ ਵੇਖਣੀ ਚਾਹੁੰਦਾ, ਉਹ ਤੇ ਕਹਿਰ ਹੈ, ਉਹਦਾ ਵਾਹਿਗੁਰੂ ਦੇ ਭਾਣੇ ਤੋਂ ਬਾਹਰ ਦੀ ਗੱਲ ਹੈ। ਕਰਹਿ ਨ ਸੰਤ ਸਮਾਨ ਸਿਹਰ ਹੈ। ਇਹ ਜਾਦੂਗਰੀ ਹੈ। ਇਹ ਕਰਾਮਾਤ ਜਿਹੜੀ ਹੈ ਨਾ, ਸਿਹਰ ਮੈਨੇ ਜਾਦੂਗਰੀ, ਇਹ ਜਾਦੂਗਰੀ ਵਾਲੀ ਕਰਾਮਾਤ ਸੰਤ ਮਹਾਤਮਾ ਨਹੀਂ ਕਰਿਆ ਕਰਦੇ। ਕਰ ਅਜ਼ਮਤ ਦਿਖਰਾਏ ਉਦਾਰਾ। ਜੇ ਕਰਾਮਾਤ ਕਰਕੇ ਦਿਖਾਉਂਦੇ ਹਨ, ਗੁਨਹਗਾਰ ਦਰਗਾਹ ਮਜਹਰਾ। ਉਹ ਬੰਦੇ ਵਾਹਿਗੁਰੂ ਦੇ ਦਰਬਾਰ 'ਚ ਗੁਨਾਹਗਾਰ ਬਣ ਜਾਂਦੇ ਹਨ, ਪਰਮਾਤਮਾ ਦੇ, ਵਾਹਿਗੁਰੂ ਦੇ ਸ਼ਰੀਕ ਬਣਦੇ ਨੇ, ਜਿਹੜੇ ਅਕਾਲ ਪੁਰਖ ਦੇ ਭਾਣੇ ਨੂੰ ਮੇਟਣ ਦੀ ਕੋਸ਼ਿਸ਼ ਕਰਦੇ ਨੇ। ਨਿਜ ਨਿਜ ਧਰਮ ਸਭੇ ਨ ਕਹੋ ਪਿਆਰੇ। ਦੂਜੀ ਗੱਲ ਹੈ ਮੁਸਲਮਾਨ ਬਣਨ ਦੀ। ਹੈ ਬਾਦਸ਼ਾਹ,
ਆਪਣੇ ਆਪਣੇ ਧਰਮ ਸਾਰਿਆਂ ਨੂੰ ਪਿਆਰੇ ਹੁੰਦੇ ਨੇ। ਕੋਈ ਮੁਸਲਮਾਨ ਹੈ ਉਹਨੂੰ ਆਪਣਾ ਧਰਮ ਪਿਆਰਾ ਹੈ, ਕੋਈ ਹਿੰਦੂ ਹੈ ਉਹਨੂੰ ਆਪਣਾ ਧਰਮ ਪਿਆਰਾ ਹੈ, ਕੋਈ ਜੈਨੀ ਬੁੱਧੀ ਹੈ ਉਹਨੂੰ ਆਪਣਾ ਧਰਮ ਪਿਆਰਾ ਹੈ। ਹਰ ਇਨਸਾਨ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ। ਜੋ ਜਿਸ ਧਾਰਤ ਸੋ ਤਿਸ ਤਾਰੇ। ਜਿਹੜਾ ਵੀ ਜਿਹੜੇ ਧਰਮ ਨੂੰ ਧਾਰਨ ਕਰੇਗਾ ਉਹ ਧਰਮ ਨੂੰ ਤਾਰ ਦੇਗਾ। ਜਿਹੜਾ ਮੁਸਲਮਾਨਾਂ ਦੇ ਧਰਮ ਤੇ ਵਿਸ਼ਵਾਸ ਕਰਕੇ ਬੰਦਗੀ ਕਰੇਗਾ ਪਰਮੇਸ਼ਰ ਦੀ, ਉਹ ਪਾਰ ਲੰਘ ਜਾਏਗਾ। ਜਿਹੜਾ ਹਿੰਦੂ ਧਰਮ ਦੇ ਅਨੁਸਾਰ ਪਰਮੇਸ਼ਰ ਦੀ ਭਗਤੀ ਕਰੇਗਾ ਵਿਸ਼ਵਾਸ ਨਾਲ, ਉਹ ਵੀ ਤਾਰਨਾ ਤੇ ਨਾਮ ਨਾਲ ਹੀ ਹੈ। ਤੇ ਭਾਈ ਵਿਸ਼ਵਾਸ ਵੀ ਜ਼ਰੂਰੀ ਹੈ। ਤੇ ਆਪੋ ਆਪਣਾ ਮਹਾਂਪੁਰਸ਼ਾਂ ਦਾ, ਆਪਣੇ ਗੁਰੂਆਂ ਪੀਰਾਂ ਦਾ, ਆਪਣੇ ਦੇਸ਼ ਦਾ ਧਰਮ ਹੁੰਦਾ ਹੈ। ਉਹਦੇ ਮੁਤਾਬਕ ਹੀ ਬੇੜੇ ਬੰਨੇ ਲੱਗਦੇ ਹਨ। ਇੱਕ ਬੇੜੀ ਨੂੰ ਛੱਡ ਕੇ ਦੂਜੀ 'ਚ ਪੈਰ ਧਰ ਲਈਏ ਤੇ ਦੋਵੇਂ ਬੇੜੀਆਂ 'ਚ ਤਰਨ ਵਾਲਾ ਡੁੱਬ ਜਾਂਦਾ ਹੈ। ਹਮ ਤੋ ਦੋਨੋਂ ਬਾਤ ਨਾ ਮੰਨ ਹੈ। ਅਸੀਂ ਤੁਹਾਡੀਆਂ ਦੋਵੇਂ ਗੱਲਾਂ ਨਹੀਂ ਮੰਨਦੇ। ਕਰਾਮਾਤ ਵੀ ਅਸੀਂ ਨਹੀਂ ਦਿਖਾਣੀ ਤੇ ਮੁਸਲਮਾਨ ਵੀ ਅਸੀਂ ਨਹੀਂ ਬਣਨਾ। ਕਰਹਿ ਸ਼ਾਹੋ ਜੈਸੇ ਮਨ ਜਨ ਹੈ। ਬਾਕੀ ਬਾਦਸ਼ਾਹ ਦੀ ਮਰਜ਼ੀ, ਜੋ ਕਰਨਾ ਕਰ ਲਵੇ। ਉਹਦੀਆਂ ਇਹ ਦੋਵੇਂ ਸ਼ਰਤਾਂ ਅਸੀਂ ਅਪਰਵਾਨ ਕਰਦੇ ਹਾਂ। ਅਸੀਂ ਉਹਦੀਆਂ ਦੋਵੇਂ ਗੱਲਾਂ ਠੁਕਰਾਉਂਦੇ ਹਾਂ। ਨਿਮਰ ਭੂਤ ਜਬ ਕੀਨ ਬਖਾਨ। ਹਾਂ, ਜਦੋਂ ਨਿਮਰਤਾ ਦੇ ਨਾਲ ਆਖਿਆ। ਮਤੀ ਦਾਸ ਨਿਜ ਗੁਰੂ ਦੀਵਾਨ। ਜਦੋਂ ਸਾਧ ਸੰਗਤ ਜੀ ਗੁਰੂ ਸਾਹਿਬ ਇਹ ਬਚਨ ਕਰ ਰਹੇ ਸੀ ਨਾ, ਤੇ ਭਾਈ ਮਤੀ ਦਾਸ ਸੁਣ ਰਿਹਾ ਸੀ ਕੋਲ। ਗੁਰੂ ਸਾਹਿਬ ਦਾ ਦੀਵਾਨ ਸੀ ਇਹ। ਗੁਰੂ ਤੇਗ ਬਹਾਦਰ ਸਾਹਿਬ ਦਾ ਸੇਵਕ ਸੀ ਔਰ ਨਾਮ ਬਾਣੀ 'ਚ ਰਸਿਆ ਹੋਇਆ ਤੁਰੀਆ ਪਦ 'ਚ ਪਹੁੰਚਿਆ ਬ੍ਰਹਮ ਗਿਆਨੀ ਗੁਰਸਿੱਖ ਭਾਈ ਮਤੀ ਦਾਸ ਜੀ ਬੋਲਿਆ। ਚਿਰੰਕਾਲ ਕੋ ਗੁਰ ਠਿਗ ਰਹੈ। ਇਹ ਬੜੇ ਸਮੇਂ ਤੋਂ ਗੁਰੂ ਕੋਲ ਰਹਿੰਦਾ ਸੀ। ਘਰਿਆਲਾ ਪਿੰਡ ਹੈ, ਜੇਹਲਮ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ। ਉੱਥੋਂ ਦਾ ਰਹਿਣ ਵਾਲਾ ਇਹ ਬ੍ਰਾਹਮਣਾਂ ਦਾ ਮੁੰਡਾ ਸੀਗਾ। ਛਿੱਬਰ ਬ੍ਰਾਹਮਣ ਗੋਤ ਦਾ ਭਾਈ ਪਰਾਗਾ ਜੋ ਹੋਇਆ ਗੁਰੂ 6ਵੇਂ ਪਾਤਸ਼ਾਹ ਦੇ ਸਮੇਂ, ਬਹੁਤ ਵੱਡਾ ਫੌਜ ਦਾ ਜਰਨੈਲ ਵੀ ਹੋਇਆ। ਭਾਈ ਪਰਾਗੇ ਦੇ ਪਰਿਵਾਰ ਵਿੱਚ ਇਹ ਨੌਜਵਾਨ ਸੀ ਭਾਈ ਮਤੀ ਦਾਸ ਤੇ ਸਤੀ ਦਾਸ, ਦੋ ਭਰਾ ਸਨ। ਸੁਨ ਅਸਬਾਕ ਨ ਮਨ ਮਹਿਸ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆ ਕੇ ਮੁਲਾਣੇ ਨੇ ਰੋਹਬ ਨਾਲ ਬੋਲਿਆ ਤੇ ਗੁਰੂ ਸਾਹਿਬ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ ਤੇ ਭਾਈ ਮਤੀ ਦਾਸ ਕੋਲੋਂ ਇਹ ਬੇਅਦਬੀ ਜਰੀ ਨਹੀਂ ਗਈ। ਉਹਦਾ ਜੋਸ਼ ਜਿਹੜਾ ਉਬਾਲੇ ਖਾਣ ਲੱਗਾ। ਤਪ ਕੋ ਬਲ ਗੁਰ ਸੇਵਾ ਠਾਨੀ। ਗੁਰੂ ਘਰ ਦੀ ਸੇਵਾ ਕੀਤੀ ਸੀ, ਤਪ ਕੀਤਾ ਸੀ, ਜਪ ਕੀਤਾ ਸੀ, ਬਾਣੀ ਪੜ੍ਹੀ ਸੀ, ਨਾਮ ਜਪਿਆ ਸੀ। ਗੁਰੂ ਪਾਤਸ਼ਾਹ ਦੇ ਭਾਣੇ ਵਿੱਚ ਰਹਿਣ ਵਾਲਾ ਸਿੱਖ ਸੀ। ਨਹੀਂ ਸਮਾਵ ਹੈ ਸ਼ਕਤ ਮਹਾਨੀ। ਤੇ ਗੁਰੂ ਘਰ ਦੇ ਕੂਕਰਾਂ ਵਿੱਚ ਵੀ ਸ਼ਕਤੀ ਹੁੰਦੀ ਹੈ। ਭਾਈ ਮਤੀ ਦਾਸ ਕੋਲ ਉਹ ਸ਼ਕਤੀ ਜਿਹੜੀ ਸੀ ਨਾ, ਡੁੱਲ ਡੁੱਲ ਪੈਂਦੀ ਸੀ। ਸ਼੍ਰੀ ਸਤਿਗੁਰ ਅਰ ਮੁੱਲਾ ਸੁਨਤ। ਗੁਰੂ ਸਾਹਿਬ ਜੀ ਵੀ ਬੈਠੇ ਤੇ ਸਾਹਮਣੇ ਮੁੱਲਾ ਦੋਵਾਂ ਦੇ ਸੁਣਦਿਆਂ ਹੋਇਆਂ ਮਤੀ ਦਾਸ ਰਿਸ ਕੋ ਧਰ ਭੁਨਤ। ਬੜੇ ਗੁੱਸੇ 'ਚ ਆ ਗਿਆ ਮਤੀ ਦਾਸ ਤੇ ਗਰਜ ਕੇ ਬੋਲਿਆ। ਨਿਰਬਲ ਮਮ ਬੋਲ ਹੋ ਤੁਮ ਕੈਸੇ। ਕਹਿੰਦੇ ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਸੀਂ ਬਿਲਕੁਲ ਸਾਧੂ ਜੇ ਬਣ ਕੇ ਇਹਨਾਂ ਨੂੰ ਜਵਾਬ ਦੇ ਰਹੇ ਹੋ। ਨਿਰਬਲ ਜੇ ਹੋ ਕੇ, ਕਮਜ਼ੋਰ ਜੇ ਹੋ ਕੇ ਇਹਨਾਂ ਨੂੰ ਕਹਿੰਦੇ ਹੋ। ਨਹੀਂ ਭਵਤੇ ਮੁਝ ਬਚ ਐਸੇ। ਇਹ ਸੱਚੇ ਪਾਤਸ਼ਾਹ ਮੈਨੂੰ ਨਹੀਂ ਇਹ ਗੱਲ ਚੰਗੀ ਲੱਗਦੀ। ਸਭ ਗੁਰੂਆਂ ਕੀ ਜੋਤ ਉਦਾਰਾ। ਆਪ ਜੀ ਕੋਈ ਛੋਟੀ ਹਸਤੀ ਹੋ ਸੱਚੇ ਪਾਤਸ਼ਾਹ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤ ਹੈ ਤੁਹਾਡੇ ਅੰਦਰ। 8 ਪਾਤਸ਼ਾਹੀਆਂ ਵਿੱਚੋਂ ਜਿਹੜੀ ਜੋਤ ਲੰਘ ਕੇ ਤੁਹਾਡੇ 'ਚ ਬਿਰਾਜਮਾਨ ਹੋਈ ਹੈ। ਕਰਦ ਪ੍ਰਕਾਸ਼ਨ ਆਪ ਮਝਾਰਾ। ਆਪ ਵਿੱਚ ਮਹਾਰਾਜ ਉਹ ਜੋਤ ਪ੍ਰਕਾਸ਼ ਹੋ ਰਹੀ ਹੈ ਇਸ ਵੇਲੇ। ਆਪ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਸਾਰੇ ਗੁਰੂਆਂ ਦਾ ਰੂਪ ਬੈਠੇ ਹੋ। ਤੁਰਕਨ ਕੀ ਨਿਸ਼ਠੁਰਤਾ ਖੋਟੀ। ਇਹ ਤੁਰਕਾਂ ਦੀ ਮਹਾਰਾਜ ਕਠੋਰਤਾ, ਨਿਸ਼ਠੁਰਤਾ ਹੱਦ ਟੱਪ ਚੁੱਕੀ ਹੈ। ਬੜੇ ਖੋਟੇ ਹਨ, ਬੜੇ ਪਾਪੀ ਹਨ। ਆਪਣੇ ਸ਼ਕਤ ਤੇ ਕਰਹੁ ਨ ਹੋਟੀ। ਮਹਾਰਾਜ ਆਪਣੀ ਸ਼ਕਤੀ ਦੇ ਨਾਲ ਕਿਉਂ ਨਹੀਂ ਇਹਨਾਂ ਨੂੰ ਮਜ਼ਾ ਚਖਾਉਂਦੇ, ਕਿਉਂ ਨਹੀਂ ਇਹਨਾਂ ਦਾ ਨਾਸ ਕਰਦੇ। ਪਰੇ ਕੈਦ ਮਹਿ ਕਸ਼ਟ ਸਹਾਰਹੁ। ਮਹਾਰਾਜ ਕਸ਼ਟ 'ਚ ਪਏ ਇਹਨਾਂ ਤੋਂ ਦੁੱਖ ਸਹੀ ਜਾਂਦੇ ਹੋ। ਕੈਦ ਵਿੱਚ ਪੈ ਕੇ ਕਸ਼ਟ ਸਹਿੰਦੇ ਹੋ। ਆਪਣੋ ਪਰਾਕਰਮ ਨਹੀਂ ਸੰਭਾਲਹੁ। ਆਪਣਾ ਬਲ, ਆਪਣਾ ਪਰਾਕਰਮ ਕਿਉਂ ਨਹੀਂ ਸੰਭਾਲਦੇ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ਼ ਜੀ। ਆਠੋਂ ਗੁਰ ਕੋ ਸਜਸ ਬਡੇਰਾ। 8 ਪਾਤਸ਼ਾਹੀਆਂ ਦੀ ਵੱਡੀ ਮਹਿਮਾ ਹੈ। ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੱਕ
ਸਾਰੀਆਂ ਹੀ ਪਾਤਸ਼ਾਹੀਆਂ ਦਾ ਜਸ ਆਕਾਸ਼ ਦੇ ਵਿੱਚ ਚੰਦਰਮਾ ਦੀ ਤਰ੍ਹਾਂ ਚਮਕਦਾ ਹੈ। ਲਗ ਕਿਉ ਕਰਤ ਆਪ ਇਸ ਬੇਰਾ। ਇਸ ਵੇਲੇ ਮਹਾਰਾਜ ਤੁਸੀਂ ਇਹਨਾਂ ਨੀਵਿਆਂ ਬੰਦਿਆਂ ਘਟੀਆ ਬੰਦਿਆਂ ਦੇ ਅੱਗੇ ਨਿਮਰਤਾ ਦੇ ਬਚਨ ਕਰਕੇ ਕਿਉਂ ਗੁਰੂ ਦੀ ਵਡਿਆਈ ਨੂੰ ਘਟਾਉਂਦੇ ਹੋ। ਅਪਰ ਨਰਨ ਸਮ ਹੋਇ ਤੁਮ ਬੈਸੇ। ਮਹਾਰਾਜ ਤੁਸੀਂ ਆਮ ਲੋਕਾਂ ਦੀ ਤਰ੍ਹਾਂ ਇਹਨਾਂ ਦੀ ਕੈਦ ਵਿੱਚ ਬੈਠੇ ਹੋਏ ਹੋ। ਲਖ ਹੈ ਅਬਲ ਅਪਜਸ ਜਗ ਤੈਸੇ। ਇਹ ਮਹਾਰਾਜ ਤੁਹਾਨੂੰ ਕਮਜ਼ੋਰ ਸਮਝਦੇ ਨੇ ਤੇ ਤੁਹਾਨੂੰ ਕੈਦੀ ਸਮਝਦੇ ਨੇ, ਤਾਂ ਹੀ ਤੁਹਾਡੇ ਸਾਹਮਣੇ ਆ ਕੇ ਬੋਲਦੇ ਨੇ। ਤੁਰਕੇਸ਼ਵਰ ਸੰਤਨ ਕੋ ਦੋਖੀ। ਔਰੰਗਾ ਜਿਹੜਾ ਤੁਰਕੇਸ਼ਰ ਹੈ ਸੰਤਾਂ ਦਾ ਦੋਖੀ ਹੈ, ਇਹ ਮਹਾਂਪੁਰਸ਼ਾਂ ਦਾ ਰੱਬ ਦੇ ਪਿਆਰਿਆਂ ਦਾ ਵੈਰੀ ਹੈ। ਇਸ ਕੋ ਮਿਲਿਓ ਨ ਕੋ ਜਨ ਰੋਖੀ। ਇਹਨੂੰ ਕੋਈ ਵੀਰ ਰਸ ਵਾਲਾ, ਕੋਈ ਯੋਧਾ, ਕੋਈ ਸੰਤ ਮਹਾਤਮਾ ਜੇ ਟੱਕਰਿਆ ਹੀ ਨਹੀਂ ਮਹਾਰਾਜ। ਜੇ ਅਬ ਰਾਵਰ ਆਗਿਆ ਪਾਵੋ। ਜੇ ਮੈਨੂੰ ਮਾੜੀ ਜੀ ਆਗਿਆ ਦੇ ਦਿਓ, ਆਪ ਸੱਚੇ ਪਾਤਸ਼ਾਹ ਇਸ਼ਾਰਾ ਕਰ ਦਿਓ, ਮੇਰੇ ਤੋਂ ਜਰਿਆ ਨਹੀਂ ਜਾ ਰਿਹਾ। ਐਸੀ ਕਰਾਮਾਤ ਦਿਖਰਾਵੋ। ਮੈਂ ਇਹਨੂੰ ਇਹੋ ਜੀ ਕਰਾਮਾਤ ਦਿਖਾਵਾਂ। ਇਹ ਕਹਿੰਦੇ ਕਰਾਮਾਤ ਦਿਖਾਓ, ਕਰਾਮਾਤ ਦਿਖਾਓ, ਰੋਜ਼ ਆ ਕੇ ਇਹ ਰੌਲਾ ਪਾਉਂਦੇ ਆ। ਤੇ ਮਾੜੀ ਜੀ ਮੈਨੂੰ ਆਗਿਆ ਦਿਓ, ਮੈਂ ਦਿਖਾ ਹੀ ਦਿਆਂ ਕਰਾਮਾਤ ਇਹਨਾਂ ਨੂੰ। ਜਿਤਕ ਮੁਹੰਮਦ ਉਮਤ ਸਾਰੀ। ਸੱਚੇ ਪਾਤਸ਼ਾਹ ਜਿੰਨੇ ਕੁ ਮੁਹੰਮਦ ਨੂੰ ਮੰਨਣ ਵਾਲੇ ਨੇ ਨਾ, ਅਰਬ ਤੋਂ ਲੈ ਕੇ ਸਾਰੀ ਦੁਨੀਆ ਵਿੱਚ ਜਿਹੜੇ ਇਹ ਮੁਸਲਮਾਨ ਬਣੇ ਫਿਰਦੇ ਨੇ, ਸਭ ਕੇ ਸਿਰ ਫੁੱਟ ਹੈ ਇੱਕ ਬਾਰੀ। ਮੈਂ ਇਹਨਾਂ ਦੇ ਮੱਥੇ ਪੜਾ ਦਿਆਂਗਾ, ਇਹਨਾਂ ਦੇ ਸਿਰ ਫੇ ਦਿਆਂਗਾ। ਜਿਵੇਂ ਕਾਨ ਮਟਕੀ ਫੋਰਦਾ ਸੀ ਨਾ, ਇਵੇਂ ਨਾ ਸਿਰਾਂ ਦੀ ਚਰਬੀ ਬਾਹਰ ਖਿਲਾਰ ਦਿਆਂਗਾ। ਮੰਗ ਹੈ ਕਹਿਰ ਕਹਿਰ ਦਿਖਰਾਉ। ਇਹ ਕਰਾਮਾਤ ਮੰਗਦੇ ਨੇ, ਕਹਿਰ ਮੰਗਦੇ ਨੇ। ਕਰਾਮਾਤ ਕਹਿਰ ਦਾ ਨਾਮ ਹੈ। ਜੇ ਕਹਿਰ ਮੰਗਦੇ ਨੇ ਫਿਰ ਕਹਿਰ ਵੇਖ ਹੀ ਲੈਣ ਜਰਾ। ਇਹਨਾਂ ਨੂੰ ਮੈਂ ਦੱਸ ਦਿਆਂ ਵੀ ਕਰਾਮਾਤ ਕੀ ਹੁੰਦੀ ਹੈ। ਨਾਸ਼ ਕਰੋ ਇਨ ਸਫਾ ਉਠਾਉ। ਮਹਾਰਾਜ ਇਹਨਾਂ ਤੁਰਕਾਂ ਦਾ ਨਾਸ਼ ਹੀ ਕਰ ਦਿਆਂ, ਮੈਂ ਇਹਨਾਂ ਦੀ ਸਫਾ ਹੀ ਭਲੇਟ ਕੇ ਰੱਖ ਦਿਆਂ। ਉੱਠ ਗਈ ਸਫਾ ਮਲੇਸ਼ ਕੀ, ਕਰ ਕੂੜਾ ਪਾਸਾਰ। ਮਹਾਰਾਜ ਕਿਰਪਾ ਕਰੋ, ਇਹਨਾਂ ਮਲੇਸ਼ਾਂ ਦੀ ਸਫਾ ਲਪੇਟ ਕੇ ਰੱਖ ਦਿਆਂ। ਰਾਉ ਰੰਗ ਹੋਏ ਦੁਸ਼ਟ ਨ ਫੇਰਾ। ਮੁੜ ਕੇ ਰਾਉ ਰੰਗ ਮਹਾਰਾਜ ਕੋਈ ਦੁਸ਼ਟਪੁਣਾ ਨਾ ਕਰੇਗਾ। ਹੁਣ ਤਾਂ ਇਹ ਦੁਸ਼ਟ ਪਾਪੀ ਹਰ ਵੇਲੇ ਪਾਪ ਹੀ ਕਰਨ ਤੇ ਤੁਲੇ ਹੋਏ ਨੇ। ਮਾਰਨ ਗਊ ਗਰੀਬ ਨੂੰ, ਧਰਤੀ ਉੱਪਰ ਪਾਪ ਬਿਥਾਰਾ। ਮਹਾਰਾਜ ਇਹ ਬਹੁਤ ਪਾਪ ਕਰਦੇ ਨੇ, ਜ਼ੁਲਮ ਕਰਦੇ ਨੇ। ਜਿਤ ਵਹਿ ਬੁਰਾ ਨ ਸੰਤਨ ਕੀਰਾ। ਮੁੜ ਕੇ ਫਿਰ ਇਹ ਸੰਤਾਂ ਦਾ ਬੁਰਾ ਨਹੀਂ ਸੋਚਣਗੇ, ਇਹਨਾਂ ਦੇ ਕੰਨੀ ਹੱਥ ਲੱਗ ਜਾਣਗੇ। ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਕਰਨਗੀਆਂ ਇਹਨਾਂ ਦੀਆਂ ਵੀ ਕਿਸੇ ਨੇ ਇਹਨਾਂ ਨੂੰ ਕਰਾਮਾਤ ਵਿਖਾਈ ਸੀ। ਜੇ ਸਭ ਕੀ ਆਗਿਆ ਦੇਹੁ ਨਾਹੀ। ਜੇ ਮਹਾਰਾਜ ਸਾਰੇ ਮੁਸਲਮਾਨਾਂ ਨੂੰ, ਸਾਰੇ ਤੁਰਕਾਂ ਨੂੰ ਸੋਧਣ ਦੀ ਆਗਿਆ ਨਹੀਂ ਦਿੰਦੇ, ਬ੍ਰਿੰਦ ਜਮਨ ਰਾਖਨ ਚਿਤ ਚਾਹੇ। ਜੇ ਇਹਨਾਂ ਤੁਰਕਾਂ ਦਾ ਤੁਸੀਂ ਬੀਜ ਰੱਖਣਾ ਹੀ ਚਾਹੁੰਦੇ ਹੋ ਦੁਨੀਆ ਤੇ, ਪੁਰਖਾ ਧਮ ਸੰਤਨ ਦੁਖਦਾਈ। ਤਾਂ ਜਿਹੜਾ ਇਹ ਨੀਚ ਪੁਰਖ ਸੰਤਾਂ ਨੂੰ ਦੁੱਖ ਦਿੰਦਾ ਹੈ, ਰਾਜ ਸਹਿਤ ਯੋਧ ਦੇਉ ਬਿਨਸਾਈ। ਇਹ ਔਰੰਗਾ ਘੱਟੋ ਘੱਟ ਇਹਦਾ ਤਾਂ ਮੈਂ ਭੋਗ ਪਾ ਦਿਆਂ, ਇਹਦਾ ਤਾਂ ਰਾਜ ਖਤਮ ਕਰ ਦਿਆਂ, ਇਹਦਾ ਤਾਂ ਮੈਂ ਤਖਤਾ ਪੁਲਠਾ ਕਰ ਸਕਦਾ ਹਾਂ। ਮਤੀ ਦਾਸ ਕੀ ਸੁਨ ਅਸਬਾਨੀ। ਭਾਈ ਮਤੀ ਦਾਸ ਦੀ ਐਸੀ ਗੁੱਸੇ ਵਾਲੀ ਬਾਣੀ ਸੁਣ ਕੇ ਵਿਦਾ ਵਿਚਾਰ ਕੀ ਨ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮਨ 'ਚ ਵਿਚਾਰ ਕੀਤੀ। ਸ਼ਕਤ ਧਰਹਿ ਔਰ ਜਰੀ ਨ ਜਾਏ। ਇਹ ਸਾਡਾ ਸੇਵਕ ਬਹੁਤ ਸ਼ਕਤੀ ਵਾਲਾ ਹੈ, ਇਹਦੀ ਬੰਦਗੀ, ਇਹਦਾ ਪ੍ਰਤਾਪ, ਕਈ ਜਨਮਾਂ, ਸੈਂਕੜੇ ਜਨਮਾਂ ਦੀ ਭਗਤੀ ਹੁੰਦੀ ਸਾਧ ਸੰਗਤ ਜੀ, ਤਾਂ ਕੋਈ ਸ਼ਹੀਦ ਬਣਦਾ। ਐਵੇਂ ਥੋੜਾ ਸ਼ਹੀਦੀ ਮਿਲ ਜਾਂਦੀ ਹੈ। ਭਾਈ ਮਤੀ ਦਾਸ ਵਰਗਾ ਸ਼ਹੀਦ ਤਾਂ ਫਿਰ ਸਾਧ ਸੰਗਤ ਜੀ ਬਹੁਤ ਹੀ ਦੁਰਲਭ ਹੈ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਇਹਦੇ 'ਚ ਬੇਅੰਤ ਜਨਮਾਂ ਦੀ ਭਗਤੀ ਇਕੱਠੀ ਹੋਈ ਹੈ, ਸ਼ਕਤੀ ਇਹਦੇ ਕੋਲ ਬਹੁਤ ਹੈ। ਇਹਦੇ ਕੋਲ ਹੁਣ ਜਰੀ ਨਹੀਂ ਜਾ ਰਹੀ ਆਪਣੀ ਤਾਕਤ। ਹਮਰੋ ਆਸ਼ਾ ਨਹੀਂ ਲਖਾਏ। ਪਰ ਇਹ ਸਾਡਾ ਭੇਦ ਨਹੀਂ ਜਾਣਦਾ, ਸਾਡੇ ਆਸ਼ੇ ਨੂੰ, ਸਾਡੇ ਮਤੇ ਨੂੰ ਨਹੀਂ ਸਮਝਦਾ। ਬ੍ਰਹਮ ਗਿਆਨ ਮਹਿ ਅਬ ਲਗ ਕਾਚਾ। ਅਜੇ ਤੱਕ ਬ੍ਰਹਮ ਗਿਆਨ ਬਿਰਤੀ ਨਹੀਂ ਪਹੁੰਚੀ। ਇਹ ਸ਼ਕਤੀਆਂ ਦੇ ਨਾਲ ਸੰਪੰਨ ਹੈ, ਪਰ ਦ੍ਰਿੜ ਬ੍ਰਹਮ ਗਿਆਨ ਹੈ ਵੀ ਹਰ ਗੱਲ ਪ੍ਰਭੂ ਦੇ ਭਾਣੇ ਵਿੱਚ ਮੰਨ ਲੈਣੀ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ। ਉਹ ਜਿਹੜੀ ਅਵਸਥਾ ਹੈ ਉਹਦੇ ਵਿੱਚ ਅਜੇ ਕਚਿਆਈ ਹੈ। ਲਖਿਓ ਨ ਸਭ ਜਗ ਏਕੋ ਸਾਚਾ। ਅਜੇ ਤੱਕ ਇਹਨੇ ਸਾਰੇ ਸੰਸਾਰ ਨੂੰ ਬ੍ਰਹਮ ਰੂਪ ਕਰਕੇ ਨਹੀਂ ਨਾ ਜਾਣਿਆ, ਤਾਂ ਹੀ ਇਹ ਆਪਣਾ ਬਗਾਨਾ ਤੇ ਵੱਡਾ ਛੋਟਾ ਸਮਝ ਰਿਹਾ ਹੈ। ਕੋ ਮਾਰਤ ਮਰਤਾ ਹੈ ਕੌਣ। ਅਜੇ ਮਤੀ ਦਾਸ ਨੂੰ ਇਹ ਨਹੀਂ ਪਤਾ ਵੀ ਮਾਰਨ ਵਾਲਾ ਕੌਣ ਹੈ ਤੇ ਮਰਨ ਵਾਲਾ ਕੌਣ ਹੈ। ਨਹਿ ਕਿਸ ਜਨਮ ਹੈ ਨਹਿ ਕਿਸ ਮਰੈ, ਆਪਨ ਚਲਤ ਆਪ ਹੀ ਕਰੈ। ਨਾ ਕੋਈ ਮਾਰਨ ਵਾਲਾ ਦੂਜਾ ਹੈ, ਨਾ ਕੋਈ ਮਰਨ ਵਾਲਾ ਹੈ।
ਇੱਕੋ ਹੀ ਖੇਡ ਸਾਰੀ ਅਕਾਲ ਪੁਰਖ ਦੀ ਆਕਾਸ਼ਵਤ ਸਰਵ ਵਿਆਪਕ ਵਰਤ ਰਹੀ ਹੈ। ਬ੍ਰਹਮ ਰੂਪ ਅਦਵੈ ਸਭ ਪਹੁਨ। ਜਿਹੜਾ ਪਰਮਾਤਮਾ ਬ੍ਰਹਮ ਰੂਪ ਹੈ, ਅਦੁੱਤੀ ਹੈ, ਦੂਜਾ ਤੀਜਾ ਚੌਥਾ ਨਹੀਂ, ਇੱਕੋ ਹੀ ਇੱਕ ਹੈ। ਇੱਧਰ ਵੀ ਇੱਕ ਹੈ, ਉੱਧਰ ਵੀ ਇੱਕ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਬਿਕਸੈ ਅੰਤਰ ਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਉਹ ਜਿਹੜਾ ਸਰੂਪ ਹੈ ਮਤੀ ਦਾਸ ਨੂੰ ਅਜੇ ਪੂਰਾ ਪ੍ਰਗਟ ਨਹੀਂ ਹੋਇਆ। ਬਿਨ ਇਮ ਜਾਣੇ ਚਾਹਤ ਕਰਿਓ। ਇਹ ਉਸ ਸਰੂਪ ਨੂੰ ਭੁਲਾ ਕੇ ਉਸ ਨੂੰ ਜਾਣੇ ਤੋਂ ਬਿਨਾਂ ਕਰਾਮਾਤ ਦਿਖਾਣੀ ਚਾਹੁੰਦਾ ਹੈ। ਇਹ ਤੁਰਕਾਂ ਦੀ ਜੜ ਪੁੱਟ ਸਕਦਾ ਹੈ। ਇਹ ਤੁਰਕਾਂ ਦੇ ਮੁਗਲਾਂ ਦੇ ਮੁਲਕਾਂ ਦੇ ਮੁਲਕ ਪੁੱਠੇ ਕਰ ਸਕਦਾ ਆਪਣੀ ਕਰਾਮਾਤ ਨਾਲ, ਪਰ ਇਹਨੂੰ ਅਜੇ ਅਗਲੀ ਗੱਲ ਦਾ ਪਤਾ ਨਹੀਂ ਹੈ। ਸੇਵਾ ਤਪ ਤੇਜ ਹੈ ਬੜ ਧਰਿਓ। ਸੇਵਾ ਤੋਂ ਇਹ ਤਪ ਤੇਜ ਇਸ ਨੂੰ ਪ੍ਰਾਪਤ ਹੋ ਗਿਆ। ਸਾਡਾ ਇਹ ਪ੍ਰੇਮੀ ਸੇਵਕ ਹੈ। ਸਾਧ ਸੰਗਤ ਜੀ, ਭਾਈ ਮਤੀ ਦਾਸ ਜੀ ਗੁਰੂ 8ਵੇਂ ਪਾਤਸ਼ਾਹ ਦੀ ਵੀ ਸੇਵਾ ਕੀਤੀ ਤੇ ਇਹਨਾਂ ਦੇ ਪਿਓ ਦਾਦੇ ਪੜਦਾਦੇ 6ਵੇਂ ਪਾਤਸ਼ਾਹ 5ਵੇਂ ਪਾਤਸ਼ਾਹ ਦੇ ਸਮੇਂ ਤੋਂ ਹੀ ਸਿੱਖ ਬਣੇ ਸਨ। ਜਾਤ ਦੇ ਬ੍ਰਾਹਮਣ ਸਨ। ਬੰਦਗੀ ਭਗਤੀ ਕਰਕੇ ਗੁਰੂ ਕੇ ਸਿੱਖੀ 'ਚ ਮਹਾਨ ਹੋ ਗਏ। ਭਾਈ ਮਤੀ ਦਾਸ ਇਹ ਜਿੱਥੇ ਪਹੁੰਚਿਆ ਹੋਇਆ ਹੈ, ਸ਼ਕਤੀ ਬੇਅੰਤ ਹੈ ਇਹਦੇ ਕੋਲ, ਪਰ ਜਿਹੜੀ ਉੱਪਰਲੀ ਬ੍ਰਹਮ ਗਿਆਨ ਦੀ ਖੇਡ ਹੈ, ਹੁਕਮ ਦੇ ਅੰਦਰ ਚੱਲਣਾ, ਜੋ ਕੁਝ ਵੀ ਹੋ ਰਿਹਾ ਭਾਣੇ ਵਿੱਚ ਸੱਤ ਕਰਕੇ ਮੰਨਣਾ, ਉੱਥੇ ਅਜੇ ਅਵਸਥਾ ਇਹਦੀ ਨਹੀਂ ਅੱਪੜੀ। ਬ੍ਰਹਮ ਗਿਆਨ ਬਿਨ ਔਰ ਹੰਕਾਰੋ। ਕਹਿੰਦੇ ਬ੍ਰਹਮ ਗਿਆਨ ਤੋਂ ਬਿਨਾਂ ਬੰਦੇ ਦੇ ਮਨ 'ਚ ਹੰਕਾਰ ਆ ਜਾਂਦਾ ਵੀ ਮੈਂ ਕਰ ਸਕਦਾ ਹਾਂ। ਮਿਟੈ ਨ ਕੀਨੇ ਜਤਨ ਹਜ਼ਾਰੋਂ। ਹਜ਼ਾਰਾਂ ਯਤਨ ਕਰ ਲਏ, ਹੰਕਾਰ ਨਹੀਂ ਮਿਟਦਾ। ਇਹ ਹਉਮੈ ਬੜੀ ਦੀਰਘ ਰੋਗ ਹੈ, ਬੜਾ ਵੱਡਾ, ਇਹ ਦੂਰ ਤੱਕ ਨਾਲ ਜਾਂਦੀ ਹੈ। ਹਾਂਜੀ, ਅਹੰ ਚੋਰ ਭਗਤੀ ਧਨ ਲੂਟੇ। ਜਿਹੜੀ ਹਉਮੈ ਹੈ, ਜਿਹੜਾ ਹੰਕਾਰ ਚੋਰ ਹੈ ਨਾ, ਇਹ ਭਗਤੀ ਦਾ ਧਨ ਲੁੱਟਦਾ, ਚੋਰੀ ਕਰਦਾ। ਏਕ ਨਗਰੀ ਪੰਜ ਚੋਰ ਬਸੀਲੇ, ਵਰਜਤ ਚੋਰੀ ਧਾਵੇ। ਪੰਜੇ ਹੀ ਚੋਰ ਸਾਧ ਸੰਗਤ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਅੰਦਰੋਂ ਅੰਮ੍ਰਿਤ ਨੂੰ ਲੁੱਟਦੇ ਰਹਿੰਦੇ ਆ, ਸ਼ਾਂਤੀ ਨੂੰ ਲੁੱਟਦੇ ਰਹਿੰਦੇ ਆ। ਜਦੋਂ ਇਹ ਕਾਮ ਆ ਗਿਆ ਉਦੋਂ ਵੀ ਮਨ ਅਸ਼ਾਂਤ ਹੋ ਜਾਏਗਾ, ਕ੍ਰੋਧ ਆ ਗਿਆ ਉਦੋਂ ਵੀ ਮਨ ਅਸ਼ਾਂਤ ਹੋ ਜਾਏਗਾ, ਲੋਭ ਆ ਗਿਆ ਉਦੋਂ ਵੀ ਮਨ ਅਸ਼ਾਂਤ ਹੋ ਜਾਏਗਾ, ਮੋਹ ਆ ਗਿਆ ਉਦੋਂ ਵੀ। ਹੰਕਾਰ ਕਹਿੰਦੇ ਭਗਤੀ ਦੇ ਧਨ ਨੂੰ ਲੁੱਟਣ ਵਾਲਾ ਹੰਕਾਰ ਚੋਰ ਹੈ। ਬ੍ਰਹਮ ਗਿਆਨ ਕੇ ਬਲ ਕਰ ਛੂਟੇ। ਇਹ ਤਾਂ ਜਦੋਂ ਬ੍ਰਹਮ ਗਿਆਨ ਦ੍ਰਿੜ ਹੋ ਜਾਂਦਾ ਹੈ, ਸਾਖਸ਼ਾਤ ਲਟਾਲਟ ਜੋਤ ਜਗ ਜਾਂਦੀ ਹੈ, ਤੁਰੀ ਅਵਸਥਾ, ਉਦੋਂ ਜਾ ਕੇ ਛੁੱਟਦਾ। ਉਸ ਤੋਂ ਪਹਿਲਾਂ ਹੰਕਾਰ ਦਾ ਨਾਸ ਨਹੀਂ ਹੁੰਦਾ। ਅਸ ਨਹਿ ਹੋਏ ਕ੍ਰੋਧ ਕੋ ਤਹਾਰ। ਐਸਾ ਨਾ ਹੋਵੇ ਕਿ ਭਾਈ ਮਤੀ ਦਾਸ ਗੁੱਸੇ 'ਚ ਆ ਕੇ ਕਰ ਅਜ਼ਮਤ ਗਨ ਦੇਹ ਸੰਘਾਰ। ਕਹਿੰਦੇ ਆਪਣੀ ਕਰਾਮਾਤ ਨਾਲ ਲੱਖਾਂ ਲੋਕਾਂ ਨੂੰ ਮਾਰ ਦਵੇ। ਕਿਤੇ ਇਹ ਨਾ ਹੋਵੇ ਦਿੱਲੀ ਤੇ ਲਾਹੌਰ ਦੇ ਵਿੱਚ ਕੋਈ ਭੁਚਾਲ, ਕੋਈ ਤੂਫਾਨ, ਕੋਈ ਅੰਧੇਰੀ ਐਸੀ ਲੈ ਆਵੇ ਜਿਹਦੇ ਨਾਲ ਲੱਖਾਂ ਲੋਕਾਂ ਦੀ ਜਾਨ ਚਲੀ ਜਾਵੇ। ਇਸ ਤੇ ਸ਼ਕਤ ਨਿਕਾਸੀ ਚਾਹੀਏ ਹੈ। ਇਹ ਮਤੀ ਦਾਸ ਕੋਲੋਂ ਸ਼ਕਤੀ ਫਿਰ ਲੈਣੀ ਚਾਹੀਦੀ ਹੈ ਵਾਪਸ। ਫੇਰ ਨਾ ਬੋਲੇ ਹੈ ਚਿੰਤ ਨਾ ਲਹੀ ਹੈ। ਫਿਰ ਦੁਬਾਰਾ ਏਦਾਂ ਨਾ ਬੋਲੇਗਾ, ਇਹ ਚਿੰਤਾ ਨਾ ਰਹੇਗੀ ਸਾਨੂੰ ਵੀ ਸਾਡੇ ਸਿੱਖ ਨੇ ਕੋਈ ਕਰਾਮਾਤ ਦਿਖਾਈ ਹੈ। ਇਮ ਸਤਿਗੁਰ ਨੇਰ ਦੇ ਵਿਚਾਰਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੇ ਮਨ 'ਚ ਦੁਨੀਆ ਦਾ ਭਲਾ ਸੋਚਿਆ। ਮਤੀ ਦਾਸ ਕੋ ਪਾਸ ਹਕਾਰਾ। ਤੇ ਭਾਈ ਮਤੀ ਦਾਸ ਨੂੰ ਆਪਣੇ ਕੋਲ ਸੱਦ ਲਿਆ। ਤੂੰ ਮਮ ਮਿੱਤਰ ਸਹਾਇਕ ਪਹਾਰੀ। ਕੋਲ ਬਿਠਾ ਕੇ ਕਹਿੰਦੇ ਤੂੰ ਸਾਡਾ ਮਿੱਤਰ ਵੀ ਹੈ, ਸਾਡਾ ਮਦਦਗਾਰ ਵੀ ਹੈ, ਸਾਡਾ ਦੀਵਾਨ ਵੀ ਹੈ ਤੇ ਸਾਡਾ ਸਿੱਖ ਵੀ ਹੈ। ਜਿਸ ਪ੍ਰਕਾਰ ਅਬਗਿਰਾ ਉਚਾਰੇ। ਆ ਜਿੱਦਾਂ ਦੀ ਤੂੰ ਗੱਲ ਹੁਣ ਕੀਤੀ ਹੈ, ਸੋ ਕਰ ਸਕਹਿ ਕੂਰ ਇਹ ਨਾਹੀ। ਸਾਨੂੰ ਵਿਸ਼ਵਾਸ ਹੈ, ਸਾਨੂੰ ਪਤਾ ਹੈ ਵੀ ਤੂੰ ਇਹ ਕਰ ਸਕਦਾ। ਇਹ ਤੇਰੇ ਵਿੱਚ ਪਾਵਰ ਸ਼ਕਤੀ ਹੈ, ਇਹ ਸਾਨੂੰ ਪਤਾ ਹੈ। ਸਰਬ ਸੰਘਾਰ ਹੈ ਇੱਕ ਛਿਨ ਮਾਹੀ। ਤੂੰ ਇੱਕ ਛਿਨ ਦੇ ਵਿੱਚ, ਅੱਖ ਦੇ ਫੋਰ ਵਿੱਚ ਤੁਰਕਾਂ ਦਾ ਮੁਲਕ ਬਰਬਾਦ ਕਰ ਸਕਦਾ, ਲੱਖਾਂ ਲੋਕਾਂ ਨੂੰ ਤੁਰਕਾਂ ਨੂੰ ਮਾਰ ਸਕਦਾ, ਔਰੰਗਜ਼ੇਬ ਦਾ ਤੂੰ ਨਾਸ ਕਰ ਸਕਦਾ ਹੈ। ਐਸੇ ਸਮੇਂ ਬਾਕ ਅਸ ਕਹਿਓ। ਤੂੰ ਇਸ ਸਮੇਂ ਇਹ ਬਚਨ ਕਿਹਾ ਹੈ। ਭਾ ਪ੍ਰਸੰਨ ਮੈਂ ਹਿਤ ਨਿਜ ਲਹਿਓ। ਅਸੀਂ ਖੁਸ਼ ਹੋਏ ਹਾਂ ਮਾਰੇ। ਕਹਿੰਦੇ ਇਸ ਮੁਲਾਣੇ ਨੂੰ ਇੰਨਾ ਕੁ ਸੁਣਾਉਣਾ ਜ਼ਰੂਰੀ ਸੀਗਾ, ਇਹਦੇ ਕੰਨ ਖੋਲਣੇ ਜ਼ਰੂਰੀ ਸੀ। ਅਸੀਂ ਖੁਸ਼ ਹੋਏ ਹਾਂ ਤੇਰੀ ਗੱਲ ਸੁਣ ਕੇ। ਅਬ ਇਹ ਇੱਛਾ ਸੀਖ ਹਮਾਰੀ। ਪਰ ਹੁਣ ਸਾਡੀ ਸਿੱਖਿਆ ਵੀ ਸੁਣ ਲੈ, ਸਾਡਾ ਵੀ ਬਚਨ, ਜਿਹੜੀ ਸਾਡੀ ਇੱਛਾ ਹੈ ਨਾ ਉਹ ਸੁਣ ਲੈ। ਨਮੋ ਕਰਹੁ ਕਰਤਾਰ ਅਗਾਰੇ। ਹੱਥ ਜੋੜ ਕੇ ਨਾ ਵਾਹਿਗੁਰੂ ਦੇ ਅੱਗੇ ਮੱਥਾ ਟੇਕ, ਪਰਮੇਸ਼ਰ ਅੱਗੇ, ਕਰਤੇ ਪੁਰਖ ਦੇ ਅੱਗੇ ਸਿਰ ਝੁਕਾ। ਜਿਸ ਨੇ ਤੈਨੂੰ ਇਹ ਪਾਵਰਾਂ ਦਿੱਤੀਆਂ ਨੇ ਉਹਦਾ ਸ਼ੁਕਰਾਨਾ ਕਰ। ਮਤੀ ਦਾਸ ਸੁਣ ਕੇ ਇਮ ਕਰਨਨ। ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਬਚਨ ਜਦੋਂ ਕੰਨਾਂ ਨਾਲ ਸੁਣੇ, ਕਰੀ ਬੰਦਨਾ ਸਤਿਗੁਰ ਚਰਨਨ। ਭਾਈ ਮਤੀ ਦਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੀ ਚਰਨਾਂ 'ਚ ਸਿਰ ਰੱਖਦਾ, ਕਿਉਂਕਿ ਉਹਦੇ ਵਾਸਤੇ ਤਾਂ ਉਹੀ ਕਰਤਾਰ ਨੇ।
ਗੁਰੂ ਹੀ ਸਭ ਕੁਝ ਹੁੰਦਾ ਹੈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਗੁਰੂ ਹੀ ਸਾਡੇ ਵਾਸਤੇ ਸਾਡਾ ਬ੍ਰਹਮਾ ਹੈ, ਵਿਸ਼ਨੂੰ ਹੈ, ਸ਼ਿਵ ਜੀ ਹੈ, ਗੁਰੂ ਹੀ ਸਾਰਾ ਕੁਝ ਹੈ। ਹਾਂਜੀ, ਤਤ ਛਿਨ ਸ਼ਕਤੀ ਐਂਚਨ ਕੀਨ। ਜਦੋਂ ਚਰਨਾਂ ਤੇ ਸੀਸ ਲਾਇਆ ਨਾ ਤੇ ਮਹਾਰਾਜ ਨੇ ਸਾਰੀ ਸ਼ਕਤੀ ਵਾਪਸ ਖਿੱਚ ਲਈ। ਪਾਏ ਜਾਰ ਜਿਉ ਜਲ ਤੇ ਮੀਨ। ਜਿਵੇਂ ਜਾਲ ਪਾ ਕੇ ਮੱਛੀ ਖਿੱਚ ਲਈਦੀ ਨਾ ਪਾਣੀ ਚੋਂ, ਏਦਾਂ ਮੱਛੀਆਂ ਇਕੱਠੀਆਂ ਕਰਕੇ ਸਾਰੀਆਂ ਹੀ ਸ਼ਕਤੀਆਂ ਮਹਾਰਾਜ ਨੇ ਖਿੱਚ ਲਈਆਂ। ਬਿਕਸਤ ਮੁਖ ਤੇ ਸਤ ਗੁਰ ਕਹਿਓ। ਤੇ ਹੱਸ ਕੇ ਬੋਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਅਬ ਤੁਮ ਕਰਹੁ ਜਥਾ ਚਿਤ ਚਾਹਿਓ। ਕਹਿੰਦੇ ਚੰਗਾ ਹੁਣ ਭਾਈ ਮਤੀ ਦਾਸ ਜੀ ਕਰੋ ਜੋ ਕੁਝ ਕਰਨਾ ਚਾਹੁੰਦੇ ਹੋ। ਮਤੀ ਦਾਸ ਤਬ ਰਹਿਓ ਵਿਚਾਰ। ਭਾਈ ਮਤੀ ਦਾਸ ਜੀ ਸੋਚਾਂ 'ਚ ਪੈ ਗਏ। ਸ਼ਕਤ ਨ ਦੇਖੀ ਆਪਨ ਮਝਾਰ। ਉਹ ਜਿਹੜੀ ਹੁਣ ਇੱਕ ਸ਼ਕਤੀ ਬੋਲਦੀ ਸੀ, ਉਛਲਦੀ ਸੀ, ਉਹ ਆਪਣੇ ਸਰੀਰ 'ਚ ਨਹੀਂ ਵੇਖੀ। ਤਪ ਸੇਵਾ ਤੇ ਸੰਚਨ ਕੀਨ। ਗੁਰੂ ਸਾਹਿਬ ਦੀ ਸੇਵਾ ਕਰਕੇ ਤਪ ਕੀਤਾ ਸੀ, ਉਸ ਤਪ ਨਾਲ ਉਹ ਸ਼ਕਤੀ ਆਈ ਸੀ। ਅਬ ਸਤਿਗੁਰ ਨੇ ਐਂਚ ਸੋ ਲੀਨ। ਉਹ ਮਹਾਰਾਜ ਨੇ ਵਾਪਸ ਖਿੱਚ ਲਈ ਹੈ, ਕੰਟਰੋਲ 'ਚ ਕਰ ਲਈ ਹੈ। ਹੱਥ ਜੋੜ ਕੀ ਨਸ ਅਰਦਾਸ। ਭਾਈ ਮਤੀ ਦਾਸ ਸਮਝ ਗਿਆ ਤੇ ਹੱਥ ਜੋੜ ਕੇ ਬੋਲਿਆ, ਅਬ ਤੋ ਰਹਿਓ ਨਾ ਕੁਛ ਮੁਝ ਪਾਸ। ਮਹਾਰਾਜ ਹੁਣ ਤਾਂ ਮੇਰੇ 'ਚ ਕੋਈ ਸ਼ਕਤੀ ਨਹੀਂ ਰਹੀ, ਕੋਈ ਪਾਵਰ ਨਹੀਂ ਰਹੀ। ਆਪ ਚਾਹੋ ਤੁਮ ਤੈਸੇ ਕਰੋ। ਹੁਣ ਆਪ ਜੀ ਹੋ, ਆਪ ਜੀ ਦੀ ਮਰਜ਼ੀ ਹੈ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਉਵੇਂ ਕਰ ਲਓ ਸਤਿਗੁਰੂ ਜੀ। ਭਰੇ ਸਖਨ ਕਰ ਸਖਨੇ ਭਰੋ। ਮਹਾਰਾਜ ਭਰਿਆਂ ਨੂੰ ਖਾਲੀ ਕਰ ਦਿਓ, ਸਖਣੇ ਕਰ ਦਿਓ ਤੇ ਸਖਣਿਆਂ ਨੂੰ ਭਰ ਦਿਓ। ਊਣੇ ਭਰੇ ਭਰੇ ਸਖਨਾਵੈ ਜੈ ਤਾਕੋ ਵਿਵਹਾਰੇ। ਇਹ ਮਹਾਰਾਜ ਭਰਿਆਂ ਨੂੰ ਸਖਣੇ ਕਰ ਦੇਣਾ, ਸਖਣਿਆਂ ਨੂੰ ਭਰ ਦੇਣਾ, ਇਹ ਤੁਹਾਡੀ ਖੇਡ ਹੈ ਗੁਰੂ ਜੀ। ਬਿਨ ਮਰਜ਼ੀ ਸਤਿਗੁਰ ਕੀ ਕਹਿਓ। ਆ ਸੱਚੇ ਪਾਤਸ਼ਾਹ ਜੀ ਤੁਹਾਡੀ ਮਰਜ਼ੀ ਤੋਂ ਬਿਨਾ ਹਰੀ ਸ਼ਕਤ ਮੈਂ ਇਹ ਫਲ ਲਹਿਓ। ਮਹਾਰਾਜ ਮੈਂ ਬੋਲ ਪਿਆ ਸੀ, ਤੁਹਾਡੇ ਹੁਕਮ ਤੋਂ ਬਿਨਾ ਮੈਂ ਬੋਲਿਆ ਸੀ। ਆ ਗੁਰੂ ਦੇ ਹੁਕਮ ਤੋਂ ਬਿਨਾ ਬੋਲਣ ਕਰਕੇ ਆਪ ਜੀ ਦੇ ਕੋਲ ਮੇਰੀ ਇਹ ਗਲਤੀ ਸਮਝ ਲਓ, ਮੈਂ ਬੋਲਿਆ ਤਾਂ ਹੀ ਮੇਰੀ ਸ਼ਕਤੀ ਚਲੀ ਗਈ ਹੈ। ਛਿਮਾ ਕਰਹੁ ਬਖਸ਼ਹੁ ਪ੍ਰਭ ਮੋਹੀ। ਮਹਾਰਾਜ ਮੈਨੂੰ ਮਾਫ ਕਰ ਦਿਓ ਤੇ ਮੈਨੂੰ ਬਖਸ਼ ਲਓ। ਕਰਹੁ ਕਿਰਪਾ ਸ਼ਰਨਾਗਤ ਤੋਹੀ। ਮੈਂ ਕਿਰਪਾ ਕਰੋ ਤੁਹਾਡੀ ਸ਼ਰਨ ਵਿੱਚ ਆ ਤੇ ਤੁਹਾਡੀ ਸ਼ਰਨ ਵਿੱਚ ਹੀ ਰਵਾਂ, ਮੈਂ ਤੁਹਾਡੀ ਸ਼ਰਨ ਤੋਂ ਪਰੇ ਨਾ ਹੋਵਾਂ। ਤੁਮਰੋ ਚਰਿਤ ਨਹੀਂ ਮੈਂ ਜਾਣਿਓ। ਸਤਿਗੁਰੂ ਜੀ ਤੁਹਾਡੇ ਕੌਤਕ ਮੈਂ ਨਹੀਂ ਜਾਣ ਸਕਦਾ। ਵਿਖਿਓ ਅਨਾਦਰ ਸੰਕਟ ਮਾਨਿਓ। ਮਹਾਰਾਜ ਮੈਂ ਆਪ ਜੀ ਦਾ ਅਨਾਦਰ ਵੇਖ ਕੇ ਜਰ ਨਹੀਂ ਸਕਿਆ। ਮੈਨੂੰ ਦੁੱਖ ਲੱਗਾ ਵੀ ਮੇਰੇ ਗੁਰਦੇਵ ਦੇ ਸਾਹਮਣੇ ਆ ਕੇ ਇਹ ਕਾਜੀ ਮੁਲਾਣੇ ਕਿੱਦਾਂ ਦਾ ਬਕਵਾਸ ਕਰਦੇ ਨੇ, ਕਿੱਦਾਂ ਦਾ ਬਕੜਵਾ ਬੋਲਦੇ ਨੇ। ਆਪ ਜੀ ਨੂੰ ਤੁਰਕ ਬਣਨ ਵਾਸਤੇ, ਮੁਸਲਮਾਨ ਬਣਨ ਵਾਸਤੇ ਕਹਿੰਦੇ ਨੇ। ਹੇਰ ਲੋਕ ਅਪਜਸ ਕੋ ਕਰੈ। ਮੈਂ ਇਹ ਵੇਖ ਕੇ ਵੀ ਮੇਰੇ ਗੁਰੂ ਦੀ ਨਿੰਦਾ ਕਰਦੇ ਨੇ, ਅਪਜਸ ਕਰਦੇ ਨੇ। ਹੋਰ ਵੀ ਜਿਹੜੇ ਬਾਹਰ ਲੋਕ, ਨਿੰਦਕ ਲੋਕ ਨੇ, ਉਹ ਵੀ ਕਹਿੰਦੇ ਨੇ ਵੀ ਗੁਰੂ ਜੇਲ੍ਹਾਂ 'ਚ ਫਸ ਗਏ ਨੇ। ਇੱਦਾਂ ਦੀਆਂ ਗੱਲਾਂ ਸੁਣ ਕੇ ਮਨ ਦੁਖੀ ਹੁੰਦਾ ਹੈ। ਸ਼ਕਤਹੀਨ ਜਾਣਤ ਸਿੱਖ ਫਿਰੈ। ਮਹਾਰਾਜ ਇਹ ਸਮਝਦੇ ਨੇ ਵੀ ਗੁਰੂ ਕੋਲ ਕੋਈ ਸ਼ਕਤੀ ਨਹੀਂ, ਗੁਰੂ ਕੋਲ ਕੋਈ ਕਰਾਮਾਤ ਨਹੀਂ। ਇਹ ਗਤ ਮੋਤੇ ਜਰੀ ਨ ਜਾਏ। ਇਸ ਕਰਕੇ ਮਹਾਰਾਜ ਮੇਰੇ ਤੋਂ ਇਹ ਗੱਲ ਜਰੀ ਨਹੀਂ ਜਾਂਦੀ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ। ਕਿਆ ਤੁਰ ਕੇਸ਼ਰ ਦੇਉ ਖਪਾਏ। ਮੇਰਾ ਗੁੱਸਾ ਜਿਹੜਾ ਸੀ ਮਹਾਰਾਜ ਉਹ ਸੱਤਵੇਂ ਅਸਮਾਨ ਤੇ ਚੜ ਗਿਆ ਕਿ ਮੈਂ ਇਸ ਔਰੰਗਜ਼ੇਬ ਦਾ ਹੀ ਭੋਗ ਪਾ ਦਿਆਂ, ਇਹਦਾ ਹੀ ਖਾਤਮਾ ਕਰ ਦਿਆਂ। ਸ਼੍ਰੀ ਮੁਖ ਬਿਕਸੇ ਬਾਕ ਬਖਾਨਾ। ਮਤੀ ਦਾਸ ਦੇ ਬਚਨ ਸੁਣ ਕੇ ਮਹਾਰਾਜ ਮੁਸਕਰਾ ਕੇ ਬੋਲੇ, ਮਤੀ ਦਾਸ ਮੋਹਿ ਪ੍ਰਿਯ ਮਹਾਨਾ। ਮਤੀ ਦਾਸ ਤੂੰ ਮੈਨੂੰ ਬਹੁਤ ਹੀ ਪਿਆਰਾ ਹੈ, ਤੂੰ ਮੇਰਾ ਪੁੱਤਰ ਹੈ, ਤੂੰ ਮੇਰਾ ਸਿੱਖ ਹੈ, ਤੂੰ ਮੇਰੀ ਜਿੰਦ ਜਾਨ ਹੈ। ਕਿਉਂਕਿ ਗੁਰੂ ਸਿੱਖਾਂ ਵਿੱਚ ਹੀ ਵਰਤਦਾ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਦੋ ਵਾਰੇ। ਹਾਂਜੀ, ਤਉ ਸੁਨਹੁ ਇਹ ਗੁਹਜ ਕਹਾਣੀ। ਫਿਰ ਵੀ ਮਤੀ ਦਾਸ ਤੈਨੂੰ ਗੁੱਝੀ ਗੱਲ ਦੱਸਦੇ ਹਾਂ, ਸੁਣ। ਮੋਹ ਬਿਨ ਦੂਸਰ ਕੋ ਨਹਿ ਜਾਣੀ। ਜਿਹੜੀ ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ, ਗੁਰੂ ਹੀ ਜਾਣਦਾ, ਹੋਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਮੁਸ਼ਟ ਭੰਗ ਸ਼੍ਰੀ ਬਾਲੇ ਲੀਨ। ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਬਾਬੇ ਦੀਨ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ 7 ਮੁੱਠਾਂ ਭੰਗ ਦੀਆਂ ਬਾਬਰ ਬਾਦਸ਼ਾਹ ਨੇ ਭੇਟਾ ਕੀਤੀਆਂ ਸਨ ਐਮਨਾਬਾਦ ਦੀ ਧਰਤੀ ਤੇ। ਜਦੋਂ ਉਹਨੇ ਆਪਣਾ ਥੈਲਾ ਹੀ ਸਤਿਗੁਰਾਂ ਨੂੰ ਭੇਟਾ ਕਰਤਾ, ਕਹਿਣ ਲੱਗਾ, ਮਹਾਰਾਜ ਸਾਹਿਬ ਬੈਠੇ ਸਨ, 7 ਮੁੱਠਾਂ ਉਹਨੇ ਭੰਗ ਦੀਆਂ ਆਪਣੇ ਥੈਲੇ 'ਚੋਂ ਕੱਢ ਕੇ ਪਾਤਸ਼ਾਹ ਦੀ ਝੋਲੀ 'ਚ ਪਾਈਆਂ ਤੇ ਪਿੱਛੋਂ ਜਿਹੜਾ ਥੈਲਾ ਸੀ ਨਾ ਇੱਦਾਂ ਉਹਨੇ ਝਾੜ ਦਿੱਤਾ ਤੇ 7 ਪੁਸਤਾਂ ਦਾ ਰਾਜ ਮਹਾਰਾਜ ਨੇ ਬਚਨ ਕੀਤਾ ਵੀ ਬਾਬਰ ਤੇਰਾ ਰਵੇਗਾ। ਜਿਹੜਾ ਤੂੰ ਇਹ ਥੈਲਾ ਝਾੜਿਆ, ਮਾੜਾ ਮੋਟਾ ਭੋਰ ਜਿਹੜਾ ਛੁੱਟਿਆ, ਉਹਦੇ ਕਰਕੇ ਛੋਟੇ ਛੋਟੇ ਬਾਦਸ਼ਾਹ ਰਹਿਣਗੇ ਬਾਅਦ ਵਿੱਚ। ਸੋ ਔਰੰਗਜ਼ੇਬ 6ਵੇਂ ਨੰਬਰ ਤੇ ਸੀ, 7ਵੇਂ ਤੇ ਉਹਦਾ ਬਹਾਦਰ ਸ਼ਾਹ ਪੁੱਤਰ ਸੀ।
ਅੱਗੋਂ ਦਾ ਫਿਰ ਉਹਦੇ ਜਿਹੜੇ ਜਹਾਂਦਰ ਸ਼ਾਹ, ਫਰਖਸ਼ੀਰ ਸ਼ਾਹ ਬਾਦਸ਼ਾਹ ਹੁੰਦੇ ਆਏ, ਮੁਹੰਮਦ ਸ਼ਾਹ ਰੰਗੀਲਾ ਦੇ, ਬਹਾਦਰ ਸ਼ਾਹ ਜ਼ਫਰ ਤੱਕ, ਉਹ ਫਿਰ ਥੋੜ੍ਹੇ ਥੋੜ੍ਹੇ ਰਾਜੇ ਦਿੱਲੀ ਦੇ ਹੀ ਰਹਿ ਗਏ ਸਨ, ਨਾਂ ਦੇ ਹੀ ਬਾਦਸ਼ਾਹ ਸੀ। ਬਾਕੀ ਹਿੰਦੁਸਤਾਨ ਦਾ ਰਾਜ ਉਹਨਾਂ ਦਾ ਖੁੱਸਦਾ ਗਿਆ। ਪੰਜਾਬ ਸਿੱਖਾਂ ਨੇ ਖੋਹ ਲਿਆ, ਮਹਾਰਾਸ਼ਟਰ ਮਰਾਠਿਆਂ ਨੇ ਖੋਹ ਲਿਆ, ਕੁਝ ਅੰਗਰੇਜ਼ਾਂ ਨੇ ਖੋਹ ਲਿਆ, ਕੁਝ ਫਰਾਂਸੀਸੀਆਂ ਨੇ ਖੋਹ ਲਿਆ, ਕੁਝ ਜਾਟਾਂ ਨੇ ਖੋਹ ਲਿਆ। ਇਸ ਤਰ੍ਹਾਂ ਹਿੰਦੁਸਤਾਨ ਦਾ ਰਾਜ ਖਤਮ ਹੋਇਆ ਸੀ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 7 ਮੁੱਠਾਂ ਭੰਗ ਦੀਆਂ ਦੇਗ ਦੀਆਂ ਦਿੱਤੀਆਂ ਸਨ ਬਾਬਰ ਬਾਦਸ਼ਾਹ ਨੇ। ਰਾਜ ਹਿੰਦ ਬਾਬਰ ਕੋ ਦੀਨ, ਉਹਦੇ ਬਦਲੇ 'ਚ ਹਿੰਦੁਸਤਾਨ ਦਾ ਰਾਜ ਬਾਬਰ ਬਾਦਸ਼ਾਹ ਨੂੰ 7 ਪੁਸਤਾਂ ਦਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ। ਸ਼੍ਰੀ ਗੁਰ ਦਇਓ ਦਾਨ ਨਹਿ ਫਿਰੈ, ਗੁਰੂ ਨਾਨਕ ਦੇਵ ਜੀ ਦਾ ਦਾਨ ਦਿੱਤਾ ਹੋਇਆ ਵਾਪਸ ਲੈਣਾ ਬੜਾ ਔਖਾ ਹੈ। ਜਾਂ ਤੇ ਹਮ ਸਿਰ ਦੈ ਬੋ ਕਰੈ, ਉਹ ਲੈਣ ਵਾਸਤੇ ਅਸੀਂ ਆਪਣੇ ਸੀਸ ਦੇਣੇ ਆ। ਸੀਸ ਦੇ ਕੇ ਉਹ ਰਾਜ ਵਾਪਸ ਲੈਣਾ ਐਵੇਂ ਤਾਂ ਲਿਆ ਨਹੀਂ ਜਾ ਸਕਦਾ, ਬਾਬਾ ਜੀ ਨੇ ਦਿੱਤਾ ਹੈ। ਸਿਰ ਦੈ ਕਰ ਇਨਕੋ ਕਰ ਝੂਠੇ, ਜਦੋਂ ਅਸੀਂ ਆਪਣੇ ਸੀਸ ਦੇ ਦਿਆਂਗੇ ਫਿਰ ਇਹਨਾਂ ਨੂੰ ਝੂਠੇ ਪਾ ਦਿਆਂਗੇ। ਦਈ ਵਸਤ ਫਿਰ ਲੇਹੇ ਸੋ ਮੂਠੇ, ਤੇ ਫਿਰ ਦਿੱਤੀਆਂ ਚੀਜ਼ਾਂ ਵਾਪਸ ਮੁੱਠੇ ਭਾਵ ਖੋਹ ਲਵਾਂਗੇ। ਜੇ ਹਮ ਸਿਰ ਕੋ ਦੇਹੇ ਨਾ ਇਹਾਂ, ਜੇ ਭਾਈ ਮਤੀ ਦਾਸ ਅਸੀਂ ਆਪਣਾ ਸੀਸ ਇੱਥੇ ਨਾ ਲਾਈਏ ਰਹਿ ਰਾਜ ਤੁਰਕਨ ਘਰ ਮਹਾ, ਤੇ ਇਹਨਾਂ ਦਾ ਰਾਜ ਵਾਪਸ ਨਹੀਂ ਲਿਆ ਜਾਣਾ, ਫਿਰ ਮੁਗਲਾਂ ਦੇ ਕੋਲ ਹੀ ਰਵੇਗਾ। ਬੜ ਅਪਰਾਧ ਕਮਾਵ ਹੈ ਜਬੈ, ਜਦੋਂ ਇਹ ਸਾਨੂੰ ਸ਼ਹੀਦ ਕਰ ਦੇਣਗੇ ਬੜਾ ਵੱਡਾ ਗੁਨਾਹ ਹੋ ਜਾਏਗਾ, ਇਹਨਾਂ ਕੋਲੋਂ ਬੜੇ ਵੱਡੇ ਦੋਸ਼ੀ ਬਣ ਜਾਣਗੇ। ਇਨਕੀ ਜਰਾ ਉਖੇਰ ਹੈ ਤਬੈ, ਫਿਰ ਇਹਨਾਂ ਦੀਆਂ ਜੜ੍ਹਾਂ ਪੁੱਟ ਦਿਆਂਗੇ, ਫਿਰ ਐਸਾ ਖਾਲਸਾ ਪੈਦਾ ਕਰਾਂਗੇ ਜਿਹੜਾ ਇਹਨਾਂ ਦੀ ਨੀਂਦ ਹਰਾਮ ਕਰ ਦੇਵੇਗਾ। ਹੈ ਕਿ ਨਹੀਂ ਇਹ ਆਛੀ ਬਾਤ, ਇਹ ਭਾਈ ਮਤੀ ਦਾਸ ਇਹ ਗੱਲ ਸਹੀ ਹੈ ਕਿ ਨਹੀਂ? ਇਹ ਦੱਸ ਅਸੀਂ ਗਲਤ ਕਰ ਰਹੇ ਆ? ਇਹ ਤੂੰ ਹੀ ਸੋਚ ਵੀ ਜਿਹੜਾ ਰਾਜ ਬਾਬਰ ਨੂੰ ਮਿਲ ਗਿਆ ਉਹ ਵਾਪਸ ਲੈ ਕੇ ਤੁਹਾਨੂੰ ਦੇਣਾ ਸਿੱਖਾਂ ਨੂੰ। ਕ੍ਰੋਧ ਕਰਹਿ ਔਰ ਤੂੰ ਪਛਤਾਤ, ਤੂੰ ਗੁੱਸਾ ਕਰਕੇ ਪਛਤਾਏਂਗਾ। ਗੁੱਸਾ ਨਾ ਕਰ, ਸਹਿਜ ਮਤੇ ਨਾਲ ਵੇਖੀ ਚੱਲ ਵੀ ਅਸੀਂ ਕਿਹੜਾ ਕੌਤਕ ਕਰ ਰਹੇ ਹਾਂ, ਕਿਹੜੀ ਅਸੀਂ ਰਚਨਾ ਰਚ ਰਹੇ ਹਾਂ। ਇਮ ਸਮਝੋ ਰਹੋਰੇ ਦੇ ਆਨੰਦ, ਇਹ ਬੜੀ ਦੂਰ ਦੀ ਗੱਲ ਹੈ ਜਿਹੜੀ ਅਸੀਂ ਹਰ ਇੱਕ ਨੂੰ ਤਾਂ ਨਹੀਂ ਦੱਸ ਸਕਦੇ, ਪਰ ਤੂੰ ਸਾਡਾ ਪ੍ਰੇਮੀ ਹੈ ਤਾਂ ਤੈਨੂੰ ਦੱਸੀ ਹੈ। ਹੁਣ ਹਿਰਦੇ 'ਚ ਸ਼ਾਂਤ ਰਹਿ ਤੇ ਵੇਖ ਕਰਤਾਰ ਦੇ ਰੰਗ ਵੀ ਅਸੀਂ ਕਿਵੇਂ ਆਪਣਾ ਸੀਸ ਦੇ ਕੇ ਇਹਨਾਂ ਦੀਆਂ ਜੜ੍ਹਾਂ ਪੁੱਟਾਂਗੇ। ਨਹਿ ਕੋਪ ਹੋ ਨਹਿ ਚੁਰ ਹੋ ਬਿਲੰਦ, ਮਨ ਵਿੱਚ ਗੁੱਸਾ ਨਾ ਕਰ ਤੇ ਨਾ ਝੂਰ, ਕਿਸੇ ਤਰ੍ਹਾਂ ਦਾ ਦੁੱਖ ਨਾ ਮਨਾ। ਸੁਨ ਸਭ ਭੇਦ ਚਰਨ ਪਰ ਪਰਿਓ, ਇਹ ਸੁਣ ਕੇ ਭਾਈ ਮਤੀ ਦਾਸ ਚਰਨਾਂ ਤੇ ਟਹਿ ਪਿਆ, ਮਤੀ ਦਾਸ ਔਰ ਆਨੰਦ ਭਰਿਓ, ਬੜੇ ਆਨੰਦ ਵਿੱਚ ਹੋ ਗਿਆ। ਫਿਰ ਉਹ ਮਨ ਦੇ ਗੁੱਸੇ ਗਿਲੇ ਸਭ ਭੁੱਲ ਗਏ। ਸਮਝ ਆ ਗਈ ਵੀ ਇਹ ਤੇ ਮਹਾਰਾਜ ਦੀ ਮਾਇਆ, ਇਹਦੇ ਮਹਾਰਾਜ ਦੀ ਲੀਲਾ। ਗੁਰੂ ਤੇਗ ਬਹਾਦਰ ਸਾਹਿਬ ਲੀਲਾ ਕਰ ਰਹੇ ਹਨ। ਸਭ ਬਿਦ ਸੁਨੀ ਮੁਲਾਨੇ ਹੀਰੀ, ਜਦੋਂ ਇਹ ਗੱਲ ਸਾਧ ਸੰਗਤ ਜੀ ਮੁਲਾਣੇ ਨੇ ਸੁਣੀ ਤੇ ਵੇਖੀ, ਅਬਰੰਗ ਨਿਕਟ ਗਇਓ ਤਿਸ ਬੇਰੀ, ਬੜਾ ਸੜਿਆ ਬੜਿਆ ਕੁੜਿਆ ਉਹ ਮੁਲਾਣਾ ਔਰੰਗੇ ਕੋਲ ਗਿਆ ਕਿਲੇ ਵਿੱਚ। ਭਾਖਿਓ ਸਰਬ ਬਿਰਤਾਂਤ ਸ਼ਿਤਾਬ, ਤੇ ਬੜੀ ਛੇਤੀ ਨਾਲ ਭਾਈ ਮਤੀ ਦਾਸ ਦੇ ਤੇ ਗੁਰੂ ਸਾਹਿਬ ਦੇ ਬਚਨ ਜਿਹੜੇ ਹੋਏ ਸੀ ਉਹ ਰੰਗੇ ਨੂੰ ਦੱਸ ਦਿੱਤੇ। ਮਤੀ ਦਾਸ ਕੋ ਸਵਾਲ ਜਵਾਬ, ਜਿਹੜੇ ਸਵਾਲ ਜਵਾਬ ਗੁਰੂ ਸਾਹਿਬ ਜੀ ਦੇ ਤੇ ਮਤੀ ਦਾਸ ਦੇ ਹੋਏ ਸਨ। ਤਨ ਮਨ ਤੇ ਜਰ ਗਇਓ ਵਿਸ਼ੇਸ਼, ਔਰੰਗਾ ਸੁਣ ਕੇ ਤਨ ਮਨ ਅੱਗ ਲੱਗ ਗਈ, ਤਿੰਨੇ ਕੱਪੜੀ ਸੜ ਗਿਆ। ਕ੍ਰੋਧ ਭਰੇ ਬੋਲਿਓ ਤੁਰਕੇਸ਼, ਉਹ ਕ੍ਰੋਧ ਵਿੱਚ ਆ ਕੇ ਔਰੰਗਾ ਬੋਲਿਆ, ਮਤੀ ਦਾਸ ਕੋ ਕੀਨ ਬੁਲਾਵਨ, ਭਾਈ ਮਤੀ ਦਾਸ ਨੂੰ ਮੇਰੇ ਸਾਹਮਣੇ ਪੇਸ਼ ਕਰੋ। ਦੋਏ ਤਖਤੇ ਮਹਿ ਕਰਿਓ ਬੰਧਾਵਨ, ਤੇ ਆ ਕੇ ਸਜ਼ਾ ਦਿੱਤੀ, ਕਹਿੰਦੇ ਇਹਨੂੰ ਆਰੇ ਨਾਲ ਚੀਰ ਦਿਓ। ਚਾਂਦਨੀ ਚੌਂਕ ਦੇ ਵਿੱਚ ਖੜੇ ਕਰਕੇ 2 ਤਖਤਿਆਂ ਦੇ ਵਿੱਚ 2 ਫੱਟਿਆਂ ਦੇ ਵਿੱਚ ਬੰਨ੍ਹ ਦਿੱਤਾ। ਹੁਕਮ ਜਲਾਦਨ ਤਬ ਹੈ ਉਚਾਰਾ, ਤੇ ਜਲਾਦਾਂ ਨੂੰ ਹੁਕਮ ਦਿੱਤਾ, ਲੈ ਆਰਾ ਸਿਰ ਪਰ ਤਿਸ ਤਹਾਰਾ, ਤੇ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖ ਦਿੱਤਾ। ਅਰਦੋ ਅਰਦ ਚਰਾਏ ਸੋ ਡਾਰਾ, ਤੇ ਏਦਾਂ ਇੱਥੋਂ ਚੀਰਨਾ ਸ਼ੁਰੂ ਕੀਤਾ। ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਨਾਲ ਨਾਲ ਜਪਜੀ ਸਾਹਿਬ ਹੁੰਦਾ ਰਿਹਾ ਤੇ ਆਰੇ ਨਾਲ ਭਾਈ ਸਾਹਿਬ ਨੂੰ ਚੀਰ ਦਿੱਤਾ ਗਿਆ। ਅੰਤਮ ਇੱਛਾ ਇਹ ਪੁੱਛੀ ਸੀ ਵੀ ਤੇਰਾ ਕੋਈ ਮਨ ਦਾ ਫੁਰਨਾ ਹੈ, ਤੂੰ ਕੀ ਚਾਹੁੰਦਾ, ਕੀ ਖਾਣਾ, ਕੀ ਪੀਣਾ, ਕਿਸੇ ਨੂੰ ਮਿਲਣਾ? ਕਹਿੰਦੇ ਹਾਂ ਅੰਤਮ ਇੱਛਾ ਹੈ। ਕੀ ਇੱਛਾ?
ਕਹਿੰਦੇ ਜਦੋਂ ਮੈਨੂੰ ਆਰੇ ਨਾਲ ਚੀਰਨਾ, ਮੇਰਾ ਮੂੰਹ ਮੇਰੇ ਗੁਰੂ ਵੱਲ ਹੋਣਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਆਰੇ ਨਾਲ ਚੀਰ ਦਿੱਤਾ। ਪਰਿਓ ਪ੍ਰਿਥੀ ਪਰ ਹੋਇ ਦੋ ਫਾਰ, ਦੋ ਫਾੜ ਹੋ ਕੇ ਭਾਈ ਮਤੀ ਦਾਸ ਦਾ ਸਰੀਰ ਧਰਤੀ ਤੇ ਡਿੱਗਾ। ਦੋਨੋਂ ਤਨ ਤੇ ਜਪ ਜੀ ਪੜੈ, ਇੱਕ ਇੱਧਰ ਸਰੀਰ ਦਾ ਹਿੱਸਾ ਡਿੱਗਾ, ਇੱਕ ਇੱਧਰ ਡਿੱਗਾ। ਦੋਵਾਂ ਸਰੀਰ ਦੇ ਹਿੱਸਿਆਂ ਵਿੱਚੋਂ ਜਪਜੀ ਸਾਹਿਬ ਦੀਆਂ ਰਹਿੰਦੀਆਂ ਪੌੜੀਆਂ ਸੁਣਾਈ ਦੇ ਰਹੀਆਂ ਸਨ। ਹੇਰਤ ਸਭ ਕੇ ਅਚਰਜ ਬੜੈ, ਦੇਖ ਕੇ ਸਾਰੇ ਹੈਰਾਨ ਸਨ ਵੀ ਸਿੱਖ ਦੋ ਫਾੜ ਹੋ ਗਿਆ। ਜਿਵੇਂ ਬਾਣੀ 'ਚ ਬਚਨ ਆਉਂਦਾ, ਮੀਨ ਪਕਰ ਫਾਂਕਿਓ ਅਰ ਕਾਂਟਿਓ ਰਾਂਦ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਮੱਛੀ ਨੂੰ ਫੜ ਕੇ ਲਿਆਂਦਾ, ਲੰਮੇ ਦਾ ਆਦਿ ਚੀਰਿਆ, ਫਿਰ ਛੋਟੇ ਪੀਸ ਕੀਤੇ, ਫਿਰ ਉਹਨੂੰ ਮਸਾਲੇ ਲਾ ਕੇ ਤੇ ਮੱਛੀ ਨੂੰ ਤੜਕ ਕੇ ਰਿੰਨ ਕੇ ਖਾ ਲਿਆ। ਖਾਣ ਵਾਲਾ ਰਾਤ ਨੂੰ ਉੱਠ ਉੱਠ ਕੇ ਪਾਣੀ ਮੰਗਦਾ ਹੈ। ਕਿਉਂ? ਕਿਉਂਕਿ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ। ਉਹ ਬੰਦਾ ਨਹੀਂ ਸਿਆਲ ਦੀ ਰਾਤ ਪਾਣੀ ਪੀਂਦਾ, ਮੱਛੀ ਪਿਆਂਦੀ ਹੈ, ਮੱਛੀ ਪਾਣੀ ਮੰਗਦੀ ਹੈ। ਸੋ ਮਹਾਰਾਜ ਬਾਣੀ 'ਚ ਲਿਖਦੇ ਆ, ਜਿਵੇਂ ਮੱਛੀ ਦੋ ਫਾੜ ਹੋ ਕੇ ਵੀ ਪਾਣੀ ਪਾਣੀ ਕਰ ਰਹੀ ਹੈ, ਇਵੇਂ ਗੁਰੂ ਕਾ ਸਿੱਖ ਦੋ ਫਾੜ ਹੋ ਕੇ ਵੀ ਬਾਣੀ ਪੜ੍ਹ ਰਿਹਾ ਹੈ। ਹੋਏ ਦੋ ਖੰਡ ਨਾ ਜੀਵਤ ਕੋਈ, ਤੁਰਕ ਬੜੇ ਹੈਰਾਨ ਸਨ ਵੀ ਦੋ ਟੋਟੇ ਹੋ ਕੇ ਬੰਦਾ ਬਾਣੀ ਕਿਵੇਂ ਪੜ੍ਹ ਰਿਹਾ ਹੈ। ਏਦਾਂ ਦਾ ਬੰਦਾ ਜੀ ਨਹੀਂ ਸਕਦਾ, ਬੋਲ ਨਹੀਂ ਸਕਦਾ। ਇਹੋ ਤੋ ਪਠਤ ਜੀਅਤ ਜਿਮ ਹੋਈ, ਇਹ ਤਾਂ ਏਦਾਂ ਬਾਣੀ ਪੜ੍ਹ ਰਿਹਾ, ਦੋ ਫਾੜਾਂ ਦੇ ਵਿੱਚੋਂ ਆਵਾਜ਼ ਆ ਰਹੀ ਜਿਵੇਂ ਜਿਉਂਦਾ ਹੋਵੇ। ਭੋਗ ਪਾਏ ਕਰ ਦੋਨੋਂ ਤਨ ਤੇ, ਦੋਵਾਂ ਪਾਠ ਸਰੀਰ ਦੇ ਵਿੱਚੋਂ ਆਵਾਜ਼ ਆ ਰਹੀ ਸੀ ਜਪਜੀ ਸਾਹਿਬ ਦੀ। ਸੇਮ ਜਿਵੇਂ ਸਾਧ ਸੰਗਤ ਜੀ ਕਈ ਵਾਰੀ ਦੋ ਸਿੰਘ ਰਲ ਕੇ ਸ਼ਲੋਕ ਮਹੱਲੇ ਨਾਮੇ ਦਾ ਪਾਠ ਕਰਦੇ, ਦੋਵੇਂ ਪਾਸਿਓਂ ਆਵਾਜ਼ ਆਉਂਦੀ। ਇਦਾਂ ਇੱਕੋ ਸੁਰ ਵਿੱਚ ਦੋਵਾਂ ਦੇ ਹਿੱਸਿਆਂ 'ਚੋਂ ਪਾਠ ਜਦੋਂ ਭੋਗ ਪਿਆ ਜਪਜੀ ਸਾਹਿਬ ਦਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਹਾਂਜੀ, ਗੁਰਪੁਰ ਪਹੁੰਚਿਓ ਪ੍ਰੇਮੀ ਮਨ ਤੇ, ਧੰਨ ਭਾਈ ਮਤੀ ਦਾਸ ਜੀ ਸੱਚਖੰਡ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪਹੁੰਚ ਗਏ। ਗੱਜ ਕੇ ਘਰ ਜਾਵੇ ਨਾਲੋ ਜਾਵੇ ਫਤਿਹ ਪਾਵੇ। ਸਤਿ ਸ੍ਰੀ ਅਕਾਲ। ਉੱਤਮ ਗਤ ਕੋ ਪ੍ਰਾਪਤ ਹੋਵਾ, ਬੜੀ ਮਹਾਨ ਉੱਤਮ ਗਤੀ ਨੂੰ ਜੋ ਸ਼ਹੀਦਾਂ ਦੀ ਪਰਮ ਪਦਵੀ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਗੁਰੂ ਦੇ ਚਰਨਾਂ 'ਚ ਪਹੁੰਚ ਗਏ। ਗੁਰ ਚਰਿਤਰ ਕੋ ਅਚਰਜ ਜੋਵਾ, ਇਹ ਗੁਰੂ ਦਾ ਅਚਰਜ ਕੌਤਕ ਸਾਧ ਸੰਗਤ ਜੀ ਦਿੱਲੀ 'ਚ ਵਰਤਿਆ ਹੈ। ਮਹਾ ਗੰਭੀਰ ਧੀਰ ਸਮਤ ਹਰਨੀ, ਮਹਾਨ ਗੰਭੀਰ ਧੀਰ, ਧਰਤੀ ਵਰਗੀ ਧੀਰਜ ਰੱਖੀ ਹੋਈ ਜਿਨ੍ਹਾਂ ਨੇ। ਲਖ ਨਾ ਸਕ ਹੈ ਕੋ ਸਤ ਗੁਰ ਕਰਨੀ, ਐਸੇ ਸਤਿਗੁਰੂ ਦੀ ਖੇਡ ਨੂੰ ਕੌਣ ਜਾਣ ਸਕਦਾ ਹੈ। ਮਹਿਮਾ ਨਾ ਜਾਣੈ ਵੇਦ, ਵੇਦ ਵੀ ਗੁਰੂ ਦੀ ਮਹਿਮਾ ਨਹੀਂ ਜਾਣਦੇ। ਧੰਨ ਭਾਈ ਮਤੀ ਦਾਸ ਜੀ ਪਹਿਲੇ ਸ਼ਹੀਦ ਹੋਏ ਹਨ। ਇਹਨਾਂ ਦੇ ਭਰਾ ਭਾਈ ਸਤੀ ਦਾਸ ਜੀ, ਉਹਨਾਂ ਨੂੰ ਰੂਈ ਵਿੱਚ ਲਪੇਟ ਕੇ ਸਾਧ ਸੰਗਤ ਜੀ ਅਗਨ ਭੇਟ ਕਰ ਦਿੱਤਾ ਤੇ ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਦਿੱਤਾ। ਇਹ ਗੁਰੂ ਕੇ ਸਿੱਖ ਤਿੰਨ ਸ਼ਹੀਦ ਹੋਏ, ਬਾਅਦ 'ਚ ਗੁਰੂ ਸਾਹਿਬ ਸ਼ਹੀਦ ਹੋਏ। ਇਹ ਕਥਾ ਆਪਾਂ ਸਹਿਜੇ ਸਹਿਜੇ ਸਰਵਣ ਕਰ ਰਹੇ ਹਾਂ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।